ਕਿੰਨਾ ਵਿਕਾਸ ਹੋਇਆ ਸੁਨਾਮ ਹਲਕੇ ਦੇ ਵਿੱਚ, ਮੈਂ ਤੁਹਾਡੀ ਜ਼ਬਾਨੀ ਸੁਣਨਾ ਚਾਹੁੰਦਾ। ਜਿਹੜਾ ਰਿਕਾਰਡ ਤੋੜ ਵਿਕਾਸ ਇਹਨਾਂ ਪਿਛਲੇ 5 ਸਾਲਾਂ 'ਚ ਹੋਇਆ। ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਵੀ ਰਹੇ ਨੇ ਐਸਜੀਪੀਸੀ ਦੇ ਅਕਾਲੀ ਦਲ ਦੇ ਸੀਨੀਅਰ, ਉਹਨਾਂ ਨੇ ਨਹੀਂ ਸੋਚਿਆ ਵੀ ਪੁਲ ਬਣਾ ਦਈਏ। ਫਿਰ ਪੁਲ ਤਾਂ ਕੀ ਬਣਵਾਣਾ ਹੈ, ਲੌਂਗੋਵਾਲ ਸਾਹਿਬ ਨੇ ਤਾਂ ਆਪਣੇ ਘਰ ਨੂੰ ਲੱਗਦੀ ਸੜਕ ਨਹੀਂ ਸੀ ਬਣਵਾਈ। ਤਾਈਓ ਫਿਰ ਹਲਕਾ ਛੱਡ ਕੇ ਚਲੇ ਗਏ ਨੇ ਕਿਤੇ ਹੋਰ ਪਾਸੇ। ਫਿਰ ਬਿਲਕੁਲ ਹਸਪਤਾਲ ਦੇ ਨਾਲ ਸੰਬੰਧਿਤ ਗੱਲ ਹੈ, ਮੈਨੂੰ ਵੀ ਜਾਣ ਦਾ ਮੌਕਾ ਮਿਲਿਆ। ਲੋਕਾਂ ਨੇ ਵੀ ਦੱਸਿਆ ਤੇ ਡਾਕਟਰ ਵੀ ਦੱਸ ਰਹੇ ਵੀ ਦਵਾਈਆਂ ਦੀ ਕਮੀ ਆ ਤੇ ਮੈਡੀਕਲ ਸਟਾਫ ਦੀ ਕਮੀ ਆ, ਡਾਕਟਰਾਂ ਦੀ ਕਮੀ, ਕਿਵੇਂ ਦੂਰ ਕਰੋ? ਇਹ ਹਸਪਤਾਲ ਕੋਈ ਅੱਜ ਦਾ ਤਾਂ ਹੈ ਨਹੀਂ, ਮੈਂ ਤਾਂ ਇਹ 5 ਸਾਲਾਂ ਦੀ ਜ਼ਿੰਮੇਵਾਰੀ ਲੈ ਸਕਦੀ ਹਾਂ। ਉਸ ਤੋਂ ਪਹਿਲਾਂ ਦੀ ਜ਼ਿੰਮੇਵਾਰੀ ਕੌਣ ਲਊਗਾ? ਢੀਂਡਸੇ ਲੈਣਗੇ ਕਿ ਅਰੋੜਾ ਪਰਿਵਾਰ ਲਊਗਾ? ਜਿਨ੍ਹਾਂ ਦੇ ਆਪਣੇ ਮਹਿਲ ਵਰਗੇ ਹਸਪਤਾਲ ਖੜੇ ਹੋ ਗਏ, ਆਪਣੇ ਕਾਲਜ ਬਣ ਗਏ, ਪਰ ਸਿਵਲ ਹਸਪਤਾਲ ਦਾ ਉਹਨਾਂ ਤੋਂ 1 ਪੈਸੇ ਦਾ ਸੁਧਾਰ ਨਹੀਂ ਹੋ ਸਕਿਆ। ਲੱਗਦਾ ਵੀ ਫਿਰ ਜਿਹੜੇ 2017 ਚ ਰਹਿ ਗਈ ਸੀ ਕਮੀ, ਮੋਰਚਾ ਫਤਿਹ ਹੋਊਗਾ ਹੁਣ। 5 ਸਾਲ ਮੈਂ ਤੇ ਮੇਰੇ ਪਰਿਵਾਰ ਨੇ ਸੌ ਕੇ ਨਹੀਂ ਵੇਖੀ। ਜਿਸ ਦਿਨ ਇਲੈਕਸ਼ਨ ਹਾਰੇ ਸੀ, ਅਸੀਂ ਸਹੁੰ ਖਾਧੀ ਸੀ ਕਿ ਸਭ ਤੋਂ ਪਹਿਲੀ ਗੱਲ ਅਸੀਂ ਸੁਨਾਮ ਦੀ ਧਰਤੀ 1 ਦਿਨ ਵਾਸਤੇ ਵੀ ਛੱਡ ਕੇ ਨਹੀਂ ਗਏ। ਪਰਿਵਾਰ ਨੇ ਤਾਂ ਫੌਜ 'ਚ ਰਹਿ ਕੇ ਸੇਵਾ ਕੀਤੀ, ਤੁਹਾਨੂੰ ਕਿਉਂ ਲੱਗਿਆ ਵੀ ਸਿਆਸਤ ਵਿੱਚ ਰਹਿ ਕੇ ਸੇਵਾ ਕੀਤੀ ਜਾ ਸਕਦੀ ਹੈ? ਕਿਉਂਕਿ ਪਰਿਵਾਰ ਨੇ ਰੋਕਿਆ ਤਾਂ ਹੋਣਾ, ਕਿਉਂਕਿ ਸਿਆਸਤ ਨੂੰ ਕਾਫੀ ਕਰਪਟ ਮੰਨਿਆ ਜਾਂਦਾ, ਵੀ ਭ੍ਰਿਸ਼ਟਾਚਾਰ ਬਹੁਤ ਹੈ, ਬਹੁਤ ਕੁਝ ਹੁੰਦਾ ਸਿਆਸਤ ਦੇ ਵਿੱਚ। ਪਰਿਵਾਰ ਨੇ ਰੋਕਿਆ ਨਹੀਂ ਕਦੇ? ਨਹੀਂ, ਪਰਿਵਾਰ ਨੇ ਕਦੀ ਵੀ ਸਿਆਸਤ ਵਿੱਚ ਆਉਣ ਤੋਂ ਰੋਕਿਆ ਨਹੀਂ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਉੱਥੇ ਜਾ ਕੇ ਸੁਧਾਰ ਕਰੋ। ਕਿ ਸਿਰਫ ਇੱਕ ਆਮ ਆਦਮੀ ਪਾਰਟੀ ਨਾਮ ਰੱਖ ਲੈਣਾ ਨਹੀਂ, ਵਾਕਈ ਸਹੀ ਮਾਇਨਿਆਂ 'ਚ ਆਮ ਸਧਾਰਨ ਘਰਾਂ ਦੇ, ਗੈਰ ਸਿਆਸੀ ਘਰਾਂ ਦੇ ਜਿਹੜੇ ਬੱਚੇ ਨੌਜਵਾਨ ਇਸ ਪਾਸੇ ਆਉਣਗੇ, ਇਸ ਪ੍ਰੋਫੈਸ਼ਨ ਨੂੰ ਅਪਣਾਉਣਗੇ, ਇਸ ਸਿਸਟਮ ਨੂੰ ਅਪਣਾਉਣਗੇ ਔਰ ਇਹਦੇ ਵਿੱਚ ਹਿੱਸਾ ਲੈ ਕੇ ਇਸ ਨੂੰ ਬਦਲਣ ਦੀ ਸੋਚ ਰੱਖਣਗੇ, ਤਾਂ ਹੀ ਇਹ ਭ੍ਰਿਸ਼ਟਾਚਾਰ ਤੇ ਜਿਹੜੀਆਂ ਹੋਰ ਇਹ ਜਿਹੜੀਆਂ ਸਿਆਸਤ ਦੀਆਂ ਜਿਹੜੀਆਂ ਕਮੀਆਂ ਉਹ ਦੂਰ ਕੀਤੀਆਂ ਜਾ ਸਕਦੀਆਂ। ਅਰਵਿੰਦ ਕੇਜਰੀਵਾਲ ਪੰਜਾਬ ਆਏ ਨੇ, ਆਮ ਆਦਮੀ ਪਾਰਟੀ ਦੇ ਸੁਪਰੀਮੋ, ਉਹ ਕਹਿੰਦੇ ਪੰਜਾਬ ਮਾਡਲ ਲੈ ਕੇ ਆਏ ਨੇ। ਸੋ ਜਿਹੜਾ ਬੰਦਾ ਦਿੱਲੀ ਨਹੀਂ ਚਲਾ ਸਕਿਆ ਉਹ ਪੰਜਾਬ ਕੀ ਚਲਾਏਗਾ? 5 ਸਾਲਾਂ ਬਾਅਦ ਪੰਜਾਬ ਦੀ ਯਾਦ ਆ ਗਈ। ਇਹ ਅਰਵਿੰਦ ਕੇਜਰੀਵਾਲ ਜੀ 5 ਸਾਲ ਕਿੱਥੇ ਸੀ? ਮੈਮ ਇੱਕ ਵਿਕਰਮ ਮਜੀਠੀਏ ਤੇ ਵੀ ਜਿਹੜੀ ਪੰਜਾਬ ਦੀ ਸਿਆਸਤ ਗਰਮਾਈ ਹੋਈ ਆ, ਉਹ ਕਹਿੰਦੇ ਵੀ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਗ੍ਰਹਿ ਮੰਤਰੀ ਰੰਧਾਵਾ ਨੇ ਬੈਠ ਕੇ ਮਿਲ ਕੇ ਸਾਜ਼ਿਸ਼ ਰਚੀ, ਮੈਨੂੰ ਫਸਾਉਣ ਦੀ, ਮੇਰੇ ਤੇ ਪਰਚਾ ਕੀਤਾ। ਨਹੀਂ, ਤੁਸੀਂ ਸਾਰੇ ਜਾਣਦੇ ਹੋ ਕਿ ਜੋ ਪਰਚਾ ਹੋਇਆ ਹੈ, ਜੇ ਪੰਜਾਬ ਦੀ ਪੁਲਿਸ ਨੇ ਇਹ ਪਰਚਾ ਕੀਤਾ ਹੈ ਤਾਂ ਕੁਛ ਤਾਂ ਉਹਨਾਂ ਨੇ ਕੰਸੀਡਰ ਕਰਕੇ ਹੀ ਕੀਤਾ ਹੋਊਗਾ। ਅਰਵਿੰਦ ਕੇਜਰੀਵਾਲ ਵੀ ਕਹਿੰਦੇ ਵੀ ਪਰਚਾ ਦਰਜ ਕਰਕੇ ਗ੍ਰਿਫਤਾਰ ਨਹੀਂ ਕੀਤਾ, ਕਹਿੰਦੇ ਵੀ ਸਿਆਸਤ ਸੀ ਤਾਂ ਇੱਕ ਲਾਹਾ ਲੈਣ ਦੀ ਗੱਲ ਸੀ ਪਰਚਾ ਦਰਜ ਕਰਕੇ। ਪੁਲਿਸ ਨੇ ਕੀ ਕੀਤਾ ਕੀ ਨਹੀਂ ਕੀਤਾ, ਬਟ ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਰੂਰ ਸਵਾਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਕੀ ਕੀਤਾ? ਪੰਜਾਬ ਦੇ ਵਿੱਚ ਜਿੱਥੇ ਕੜਾਕੇ ਦੀ ਠੰਡ ਪੈ ਰਹੀ ਆ, ਉੱਥੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਹੜਾ ਪੰਜਾਬ ਦੀ ਸਿਆਸਤ ਦਾ ਜਿਹੜਾ ਸਿਆਸੀ ਪਾਰਾ ਸਿਖਰਾਂ ਤੇ ਚੱਲ ਰਿਹਾ ਹੈ, ਜਿਹੜੇ ਲੀਡਰਾਂ ਦੀ ਬਿਆਨਬਾਜ਼ੀ ਵੀ ਹੋ ਰਹੀ ਆ। ਅਸੀਂ ਤੁਹਾਨੂੰ ਵੱਖ-ਵੱਖ ਹਲਕੇ ਦੇ ਲੀਡਰਾਂ ਦੇ ਨਾਲ ਮਿਲਾ ਰਹੇ ਹਾਂ, ਉੱਥੇ ਕਿਹੜੇ ਮੁੱਦੇ ਨੇ, ਕਾਂਗਰਸ ਸਰਕਾਰ ਦਾ ਰਾਜ ਰਿਹਾ 5 ਸਾਲ, ਕਿੰਨਾ ਕੰਮ ਹੋਇਆ, ਕਿੰਨੇ ਵਿਕਾਸ ਹੋਏ ਨੇ, ਹਰ ਚੀਜ਼ ਆ ਜਿਹੜੀ ਤੁਹਾਡੇ ਤੱਕ ਅਸੀਂ ਪਹੁੰਚਦੀ ਕਰ ਰਹੇ ਹਾਂ। ਉਸ ਤੋਂ ਬਾਅਦ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਕਿਸ ਪਾਰਟੀ ਦੇ ਲੀਡਰ ਨੂੰ ਆਪਾਂ ਨੇ ਫਤਵਾ ਦੇਣਾ ਤੇ ਆਪਣਾ ਜਿਹੜਾ ਜ਼ਿੰਮੇਵਾਰ ਉਸ ਹਲਕੇ ਦੀ ਦੇਣੀ ਹੈ। ਸਾਡੇ ਨਾਲ ਸੁਨਾਮ ਹਲਕੇ ਤੋਂ ਕਾਂਗਰਸ ਦੇ ਸੀਨੀਅਰ ਲੀਡਰ ਨੇ ਦਾਮਨ ਬਾਜਵਾ ਥਿੰਦ, ਤੇ ਉਹਨਾਂ ਦੇ ਵੱਲੋਂ ਜਿਹੜਾ ਇਸ ਵਾਰ ਟਿਕਟ ਦੀ ਦਾਅਵੇਦਾਰੀ ਜਤਾਈ ਜਾ ਰਹੀ ਹੈ ਤੇ ਟਿਕਟ ਵੀ ਉਹਨਾਂ ਨੂੰ ਮਿਲਣ ਦੀ ਪੂਰੀ ਉਮੀਦ ਆ। ਉਹਨਾਂ ਦੇ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਆ, ਪੂਰੇ ਹਲਕੇ ਦੇ ਵਰਕਰ ਨੇ ਜਿਹੜੇ ਉਹਨਾਂ ਦੇ ਨਾਲ ਨੇ ਤੇ ਯੂਥ ਕਾਂਗਰਸ ਦੇ ਜਿਹੜੇ ਉਹ ਕੌਮੀ ਸਕੱਤਰ ਵੀ ਨੇ। ਗੱਲਬਾਤ ਕਰਦੇ ਹਾਂ, ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਮੈਮ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹਾਂ ਮੈਮ, ਸਭ ਤੋਂ ਪਹਿਲਾ ਸਵਾਲ ਇਹੀ ਹੈ, ਕਾਂਗਰਸ ਦਾ ਰਾਜ ਰਿਹਾ, ਕਿੰਨਾ ਵਿਕਾਸ ਹੋਇਆ ਸੁਨਾਮ ਹਲਕੇ ਦੇ ਵਿੱਚ? ਮੈਂ ਤੁਹਾਡੀ ਜ਼ਬਾਨੀ ਸੁਣਨਾ ਚਾਹੁੰਦਾ, ਕਿੰਨਾ ਕੁ ਹੋਇਆ ਕੰਮ? ਬਿਲਕੁਲ ਜੀ, ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਪਿਛਲੇ 5 ਸਾਲ ਤੇ ਮੈਂ ਸਮਝਦੀ ਹਾਂ ਕਿ ਪਿਛਲੇ 5 ਸਾਲਾਂ ਵਿੱਚ ਸੁਨਾਮ ਹਲਕੇ ਦੀ ਜੇ ਮੈਂ ਗੱਲ ਕਰਾਂ ਤਾਂ ਸੁਨਾਮ ਹਲਕੇ ਦੇ ਵਿੱਚ ਹੀ ਜੀ ਡਿਵੈਲਪਮੈਂਟ ਔਰ ਵਿਕਾਸ ਕਾਰਜ ਇਸ ਤਰੀਕੇ ਦੇ ਹੋਏ ਔਰ ਇਸ ਤਰ੍ਹਾਂ ਨਾਲ ਹੋਏ ਜਿਹੜੇ 20-25 ਸਾਲ ਸੁਨਾਮ ਦੇ ਲੋਕ ਜਿਹੜੀਆਂ ਚੀਜ਼ਾਂ ਨੂੰ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਸੀਗੇ ਜੀ। ਇੱਥੇ ਬਹੁਤ ਵੱਡੇ ਨਾਮ ਰਹੇ ਨੇ, ਬੜੇ ਵੱਡੇ ਸਿਆਸੀ ਲੀਡਰ ਵੀ ਰਹੇ ਨੇ, ਇੱਥੋਂ ਮੰਤਰੀ ਰਹੇ ਨੇ, ਪਰ
ਇੱਥੇ ਇਹਨਾਂ 5 ਸਾਲਾਂ ਵਿੱਚ ਜਿਹੜੀਆਂ ਚੀਜ਼ਾਂ ਲੋਕਾਂ ਦੀਆਂ ਬੇਸਿਕ ਨੀਡਸ ਨੇ ਸੁਨਾਮ ਦੀਆਂ ਜੀ, ਉਹ ਜੇ ਉਹਨਾਂ ਨੂੰ ਮਿਲੀਆਂ ਤਾਂ ਇਹਨਾਂ 5 ਸਾਲ ਕਾਂਗਰਸ ਦੀ ਸਰਕਾਰ ਦੇ ਦੌਰਾਨ ਮਿਲੀਆਂ ਜੀ। ਸੋ ਜਿਹੜਾ ਰਿਕਾਰਡ ਤੋੜ ਵਿਕਾਸ ਇਹਨਾਂ ਪਿਛਲੇ 5 ਸਾਲਾਂ 'ਚ ਹੋਇਆ ਜੀ, ਜੇ ਮੈਂ ਤੁਹਾਨੂੰ ਗਿਣਾਵਾਂ ਤਾਂ 40 ਸਾਲਾਂ ਬਾਅਦ 50 ਸਾਲਾਂ ਬਾਅਦ ਲੋਕਾਂ ਦੀ ਜਿਹੜੀ ਮੰਗ ਸੀਗੀ ਸ਼ਹੀਦ ਊਧਮ ਸਿੰਘ ਜੀ ਦਾ ਮੈਮੋਰੀਅਲ ਇੱਥੇ ਬਣਿਆ ਜੀ। ਲੌਂਗੋਵਾਲ ਦਾ ਪੁਲ ਜਿਹੜਾ ਕਿ ਮੇਨ ਸੁਨਾਮ ਤੇ ਲੌਂਗੋਵਾਲ ਨੂੰ ਜੋੜਦਾ ਹੈ, ਇੱਕੋ ਹੀ ਜਿਹੜਾ ਵਿੱਚ ਜੋੜਨ ਵਾਲਾ ਜਿਹੜਾ ਪੁਲ ਸੀਗਾ ਜਿਹਦੇ ਉੱਪਰੋਂ ਮੰਤਰੀ ਲੰਘਦੇ ਸੀ, ਮੁੱਖ ਮੰਤਰੀ ਲੰਘਦੇ ਸੀ, ਪਰ ਕਿਸੇ ਨੇ ਉਹਨਾਂ ਨੂੰ ਉਸ ਦੀ ਮੁਰੰਮਤ ਬਾਰੇ ਵੀ ਨਹੀਂ ਸੋਚਿਆ। ਤੁਸੀਂ ਲੌਂਗੋਵਾਲ ਪੁਲ ਦੀ ਗੱਲ ਕੀਤੀ ਆ, ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਵੀ ਰਹੇ ਨੇ ਐਸਜੀਪੀਸੀ ਦੇ, ਅਕਾਲੀ ਦਲ ਦੇ ਸੀਨੀਅਰ, ਉਹਨਾਂ ਨੇ ਨਹੀਂ ਸੋਚਿਆ ਵੀ ਪੁਲ ਬਣਾ ਦਈਏ ਫਿਰ? ਤੁਸੀਂ ਪ੍ਰਧਾਨ ਜੀ ਗੱਲ ਕਰ ਰਹੇ ਹੋ, ਮੰਤਰੀ ਰਹੇ ਨੇ, ਇੰਨੇ ਸੀਨੀਅਰ ਲੀਡਰ ਰਹੇ ਨੇ ਅਕਾਲੀ ਦਲ ਦੇ, ਪਿਛਲੀ ਵਾਰ ਇੱਥੋਂ ਚੋਣ ਲੜੇ ਸੀਗੇ, ਬਟ ਪੁਲ ਤਾਂ ਕੀ ਬਣਵਾਣਾ ਹੈ? ਲੌਂਗੋਵਾਲ ਸਾਹਿਬ ਨੇ ਤਾਂ ਆਪਣੇ ਘਰ ਨੂੰ ਲੱਗਦੀ ਸੜਕ ਨਹੀਂ ਸੀ ਕਦੀ ਬਣਵਾਈ, ਉਹ ਵੀ ਇਹਨਾਂ 5 ਸਾਲਾਂ 'ਚ ਅਸੀਂ ਬਣਵਾਈ ਹੈ, ਜਿਹੜੀ ਉਹਨਾਂ ਦੇ ਘਰ ਦੇ ਨਾਲ ਦੀ ਜਿਹੜੀ ਸੜਕ ਲੰਘਦੀ ਹੈ, ਜਿਹੜੀ ਸਲਾਈਟ ਲੌਂਗੋਵਾਲ ਰੋਡ ਜਿਹਨੂੰ ਕਹਿੰਦੇ ਹੈ, ਉਹ ਵੀ ਜੇ ਬਣੀ ਹੈ ਔਰ ਇੰਨੀ ਸੋਹਣੀ ਬਣੀ ਹੈ ਤਾਂ ਇਹਨਾਂ 5 ਸਾਲਾਂ 'ਚ ਬਣੀ ਹੈ। ਤਾਈਓ ਫਿਰ ਹਲਕਾ ਛੱਡ ਕੇ ਚਲੇ ਗਏ ਨੇ ਕਿਤੇ ਹੋਰ ਪਾਸੇ। ਫਿਰ ਬਿਲਕੁਲ ਇਹਨਾਂ ਦੇ ਲੀਡਰਾਂ ਨੂੰ ਹਲਕੇ ਛੱਡ ਕੇ ਜਾਣ ਦੀ ਵੀ ਲੋੜ ਇਸੇ ਕਾਰਨ ਰਹੀ ਹੈ। ਪ੍ਰੋਬਲਮ ਇਹ ਨਹੀਂ ਸੀ ਕਿ ਪੈਸੇ ਦੀ ਕਮੀ ਸੀ, ਪੈਸਾ ਮੈਂ ਸਮਝਦੀ ਹਾਂ ਪਹਿਲਾਂ ਵੀ ਆਂਦਾ ਸੀਗਾ, ਬਟ ਪ੍ਰੋਬਲਮ ਇਹ ਸੀਗੀ ਕਿ ਨੀਚ ਬਹੁਤ ਵੱਡਾ ਫਰਕ ਸੀਗਾ। ਅੱਗੇ ਮੋਰੇ ਜਿਹੜੇ ਬੰਦੇ ਲਾਏ ਹੁੰਦੇ ਸੀ ਉਹ ਨਾ ਤਾਂ ਲੋਕਾਂ ਨਾਲ ਉਸ ਤਰੀਕੇ ਜੁੜ ਰਹੇ ਸੀਗੇ, ਨਾ ਉਹ ਲੋਕਾਂ ਤੱਕ ਪਹੁੰਚ ਕਰ ਰਹੇ ਸੀਗੇ, ਤੇ ਨਾ ਹੀ ਵਿਕਾਸ ਵੱਲ ਕਿਸੇ ਦਾ ਧਿਆਨ ਸੀਗਾ। ਜੇ ਧਿਆਨ ਸੀਗਾ ਤਾਂ ਆਪਣੇ ਨਿੱਜੀ ਫਾਇਦੇ, ਨਿੱਜੀ ਕੰਮ ਲੈਣ ਵੱਲ ਧਿਆਨ ਸੀਗਾ ਇਹਨਾਂ ਸਰਕਾਰਾਂ ਦਾ, ਵਰਨਾ ਢੀਂਡਸਾ ਸਾਹਿਬ ਵਰਗੇ ਮੰਤਰੀ ਇੱਥੇ ਰਹੇ ਹੋਣ, ਅਰੋੜਾ ਸਾਹਿਬ ਦੇ ਪਰਿਵਾਰ ਵਰਗਾ ਵੱਡਾ ਸਿਆਸੀ ਪਰਿਵਾਰ ਇੱਥੋਂ ਸੁਨਾਮ ਤੋਂ ਚੋਣ ਲੜਦਾ ਹੋਵੇ ਤੇ ਸੁਨਾਮ ਵਿੱਚ ਇਹ ਛੋਟੀਆਂ ਚੀਜ਼ਾਂ ਨਾ ਹੋਣ ਤੇ ਇਹ ਤਾਂ ਮਤਲਬ ਗੱਲ ਹੈਰਾਨੀ ਵਾਲੀ ਹੈ। ਮੈਂ ਮੁਕਾਬਲਾ ਕਿਸ ਨਾਲ ਮੰਨਦੇ ਹੋ? ਦੋ ਉਮੀਦਵਾਰ ਜਿਹੜੇ, ਇੱਕ ਤਾਂ ਬਲਦੇਵ ਮਾਨ ਨੇ ਅਕਾਲੀ ਦਲ ਦੇ, ਦੂਜੇ ਅਮਨ ਅਰੋੜਾ ਚੋਣ ਮੈਦਾਨ 'ਚ ਨੇ, ਮੁਕਾਬਲਾ ਕਿਸ ਨਾਲ? ਜਨਾਬ ਮੈਂ ਪਿਛਲੀ ਵਾਰ ਮੈਨੂੰ ਪਾਰਟੀ ਨੇ ਟਿਕਟ ਦਿੱਤੀ ਸੀ, ਮੈਂ ਮਹਿਜ਼ 28 ਸਾਲਾਂ ਦੀ ਸੀਗੀ, ਕਾਂਗਰਸ ਪਾਰਟੀ ਨੇ ਮੈਨੂੰ ਸੁਨਾਮ ਹਲਕੇ ਦੀ ਟਿਕਟ ਦਿੱਤੀ ਔਰ ਇੱਥੇ ਇਲੈਕਸ਼ਨ ਲੜਨ ਦਾ ਮੌਕਾ ਦਿੱਤਾ। ਮੈਂ ਪਿਛਲੀ ਵਾਰ ਬਿਲਕੁਲ ਨਵੀਂ ਸੀਗੀ, ਮੈਂ ਇਸ ਹਲਕੇ 'ਚ ਇਸ ਤੋਂ ਪਹਿਲਾਂ ਕਦੀ ਰਹੀ ਨਹੀਂ ਸੀ, ਅਸੀਂ ਇੱਥੇ ਕਿਸੇ ਨੂੰ ਜਾਣਦੇ ਤੱਕ ਨਹੀਂ ਸੀਗੇ, ਇੱਥੋਂ ਤੱਕ ਕਿ ਸਾਡੀ ਨਿੱਜੀ ਜ਼ਮੀਨ, ਸਾਡੀ ਜਿਹੜੀ ਜੱਦੀ ਜ਼ਮੀਨ ਸੀ ਉਹ ਸੁਨਾਮ ਜਿੱਥੇ ਆਪਾਂ ਖੜੇ ਆ ਮੇਰੀ ਆਪਣੀ ਜ਼ਮੀਨ ਹੈ, ਪਰ ਅਸੀਂ ਇੱਥੇ ਕਦੀ ਠੇਕਾ ਲੈਣ ਵੀ ਸੁਨਾਮ ਨਹੀਂ ਸੀ ਆਏ, ਕਿਉਂਕਿ ਕਦੀ ਇਲੈਕਟੋਰਲ ਪੋਲਿਟਿਕਸ ਦਾ ਸੁਪਨਾ ਵੀ ਨਹੀਂ ਸੀ ਲਿਆ। ਬਟ ਜੇ ਤੁਸੀਂ ਮੁਕਾਬਲੇ ਦੀ ਗੱਲ ਕਰੋ ਤਾਂ ਮੈਂ ਤਾਂ ਆਪਣੀ ਪਿਛਲੇ 5 ਸਾਲ ਪਹਿਲੀ ਜਿਹੜੀ ਦਾਮਨ ਸੀਗੀ ਔਰ ਹੁਣ ਵਾਲੀ ਦਾਮਨ ਦੇ ਵਿੱਚ ਮੁਕਾਬਲਾ ਹੈ। ਪਹਿਲਾਂ ਮੈਨੂੰ ਕੋਈ ਜਾਣਦਾ ਨਹੀਂ ਸੀ, ਮੇਰੀਆਂ ਭੈਣਾਂ ਜਾਂਦੀਆਂ ਸੀਗੀਆਂ ਡੋਰ ਟੂ ਡੋਰ ਕਰਨ, ਮੇਰੇ ਪਰਿਵਾਰ ਦੇ ਮੈਂਬਰ, ਉਹਨਾਂ ਨੂੰ ਦੱਸਣਾ ਪੈਂਦਾ ਸੀ ਕਿ ਦਾਮਨ ਕੌਣ ਹੈ। ਲੋਕਾਂ ਨੂੰ ਇਹ ਸੀਗਾ ਕਿ ਬਾਹਰੋਂ ਕੋਈ ਆਇਆ ਤੇ ਖਬਰੇ ਬਾਹਰ ਹੀ ਵਾਪਸ ਚਲ ਜਾਣਗੇ, ਪਰ ਅੱਜ ਮੈਂ ਮਾਣ ਨਾਲ ਕਹਿ ਸਕਦੀ ਹਾਂ ਕਿ ਜਿੰਨੇ ਲੀਡਰ ਜਿੰਨੀਆਂ ਪਾਰਟੀ 'ਚੋਂ ਇੱਥੇ ਚੋਣ ਲੜ ਰਹੇ ਆ ਉਹ ਸਾਰੇ ਚੰਡੀਗੜ੍ਹ ਰਹਿੰਦੇ ਆ, ਤੇ ਕੱਲੀ ਦਾਮਨ ਬਾਜਵਾ ਇੱਕ ਐਸੀ ਇੱਥੇ ਦੀ ਕੰਟੈਸਟੈਂਟ ਹੈ ਜਿਹੜੀ ਸੁਨਾਮ ਦੀ ਧਰਤੀ ਤੇ 5 ਸਾਲ ਰਹੀ ਹੈ, ਤੇ ਜਿਹਨੇ 5 ਸਾਲਾਂ 'ਚ ਜੇ 1800 ਰਾਤ ਸੀ ਤੇ ਮੈਂ 50 ਰਾਤਾਂ ਇਕੱਠੀਆਂ ਸੁਨਾਮ 'ਚੋਂ ਬਾਹਰ ਕਦੀ ਬਿਤਾਈਆਂ ਨਹੀਂ, ਤੇ ਇਹਨਾਂ ਨੇ 50 ਰਾਤ ਇਕੱਠੀ ਕਦੀ ਕਿਸੇ ਨੇ ਸੁਨਾਮ 'ਚ ਲਾਈ ਨਹੀਂ। ਸੋ ਇਹ ਮੁਕਾਬਲਾ ਆਪਣੀ ਪਿਛਲੀ ਪਰਫਾਰਮੈਂਸ ਦੇ ਨਾਲ ਨੂੰ ਬਿਹਤਰ ਕਰਕੇ ਇਸ ਵਾਰ ਉਸ ਤੋਂ ਬਿਹਤਰ ਪਰਫਾਰਮ ਕਰਨ ਦਾ ਹੈ। ਤੇ ਜਿਹੜੀਆਂ ਸਿਆਸੀ ਪਾਰਟੀਆਂ, ਦੇਖੋ ਸਿਆਸੀ ਜੋ ਮਾਹੌਲ ਹੈ, ਮੁਕਾਬਲਾ ਤਾਂ ਇੱਥੇ ਹਰ ਕੋਈ ਮੁਕਾਬਲੇ 'ਚ ਹੈ, ਕੋਈ ਐਸੀ ਗੱਲ ਨਹੀਂ, ਬਟ ਮੈਨੂੰ ਇਹ ਪੂਰਾ ਯਕੀਨ ਹੈ ਕਿ ਇਸ ਵਾਰ ਮੇਰੇ ਕੰਮਾਂ ਦੇ ਆਧਾਰ ਤੇ ਲੋਕ ਵੋਟ ਪਾਉਣਗੇ, ਮੇਰੇ ਕੰਮ ਵੇਖਣਗੇ, ਕਿਸ ਤਰੀਕੇ 5 ਸਾਲ ਮੈਂ ਲਗਾਤਾਰ ਮਿਹਨਤ ਕੀਤੀ ਹੈ ਉਸ ਨੂੰ ਵੇਖ ਕੇ ਇਸ ਵਾਰ ਵੋਟ ਲੱਗਦਾ ਵੀ ਫਿਰ ਜਿਹੜੇ 2017 ਚ ਰਹਿ ਗਈ ਸੀ ਕਮੀ, ਮੋਰਚਾ ਫਤਿਹ ਹੋਊਗਾ ਹੁਣ? ਬਿਲਕੁਲ ਜੀ, ਬਿਲਕੁਲ ਲੱਗਦਾ ਹੈ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ 5 ਸਾਲ ਮੈਂ ਤੇ ਮੇਰੇ ਪਰਿਵਾਰ ਨੇ ਸੌਂ ਕੇ ਨਹੀਂ ਵੇਖਿਆ। ਅਸੀਂ ਜਿਸ ਦਿਨ ਇਲੈਕਸ਼ਨ ਹਾਰੇ ਸੀ ਅਸੀਂ ਸਹੁੰ ਖਾਧੀ ਸੀ ਕਿ ਸਭ ਤੋਂ ਪਹਿਲੀ ਗੱਲ ਅਸੀਂ ਸੁਨਾਮ ਦੀ ਧਰਤੀ ਇੱਕ ਦਿਨ ਵਾਸਤੇ ਵੀ ਛੱਡ ਕੇ ਨਹੀਂ ਜਾਣੀ। ਜਿੱਥੋਂ ਅਸੀਂ ਵੋਟ ਮੰਗਦੇ ਆ, ਜਿੱਥੋਂ ਦੀ ਅਸੀਂ ਰਿਪਰੈਜ਼ੈਂਟੇਸ਼ਨ ਕਰਦੇ ਆ, ਜੇ ਅਸੀਂ ਉੱਥੇ ਰਹਿਣਾ ਪਸੰਦ ਨਹੀਂ ਕਰਦੇ ਤਾਂ ਅਸੀਂ ਉੱਥੋਂ ਦਾ ਵਿਕਾਸ ਕੀ ਕਰਾਵਾਂਗੇ? ਅੱਜ ਮੇਰਾ 3 ਸਾਲ ਦਾ ਬੱਚਾ ਹੈ, ਉਹਨੇ ਸੁਨਾਮ ਹੀ ਜਦ ਇੱਥੇ ਹੀ ਉਹ ਕਨਸੀਵ ਹੋਇਆ, ਇੱਥੇ ਹੀ ਪੈਦਾ ਹੋਇਆ, ਅੱਜ ਇੱਥੇ ਹੀ ਪੜ੍ਹਦਾ ਹੈ। ਮੇਰੇ 72 ਸਾਲ ਦੇ ਮਾਤਾ ਜੀ ਨੇ ਇੱਥੇ ਹੀ ਰਹਿੰਦੇ ਨੇ। ਸੋ ਸਾਡਾ ਇੱਥੇ ਘਰ ਹੈ, ਮੇਰਾ ਸੁਨਾਮ ਘਰ ਹੈ, ਮੈਂ ਸੁਨਾਮ ਦੀ ਬੇਟੀ ਹਾਂ, ਔਰ ਜਿੰਨਾ ਵਿਕਾਸ ਇਹਨਾਂ 5 ਸਾਲਾਂ 'ਚ ਅਸੀਂ ਕਰਵਾ ਸਕਦੇ ਸੀ, ਹਾਰਨ ਦੇ ਬਾਵਜੂਦ ਜਿੰਨੇ ਜੋਗੇ ਸੀਗੇ, ਔਰ ਜਿੱਥੇ ਜੋ ਵਾਅਦਾ ਕੀਤਾ ਸੀ ਉਹ ਸਾਰਾ ਨਿਭਾਇਆ, ਉਸ ਤੋਂ ਵੱਧ ਹੀ ਕੀਤਾ। ਸੋ ਮੈਨੂੰ ਆਪਣੀ
ਕੀਤੇ ਹੋਏ ਕੰਮਾਂ ਤੇ, ਜਿਵੇਂ ਤੁਸੀਂ ਮੇਰੇ ਬੋਰਡਾਂ ਤੇ ਵੀ ਵੇਖਿਆ ਹੋਣਾ, ਮੈਂ ਲਿਖਿਆ ਕਿ ਮੇਰੇ ਕੰਮ ਹੀ ਮੇਰੀ ਪਹਿਚਾਣ ਹੈ, ਕਿਉਂਕਿ ਮੈਂ ਕਿਸੇ ਸਿਆਸੀ ਪਰਿਵਾਰ ਤੋਂ ਸੰਬੰਧ ਨਹੀਂ ਰੱਖਦੀ। ਮੇਰੇ ਕੋਈ ਪਿਤਾ ਜੀ ਜਾਂ ਸਹੁਰਾ ਸਾਹਿਬ ਮੰਤਰੀ ਨਹੀਂ ਸੀਗੇ, ਜਾਂ ਸਾਡੇ ਪਰਿਵਾਰ 'ਚ ਕੋਈ ਇਹੋ ਜਿਹਾ ਵੱਡਾ ਨਾਮ ਸਿਆਸਤ ਵਿੱਚ ਨਹੀਂ ਹੈ ਜਿਹਦਾ ਅਸੀਂ ਹਵਾਲਾ ਦੇ ਸਕਦੇ ਹਾਂ। ਅਸੀਂ ਤਾਂ ਜੇ ਲੋਕਾਂ ਵਿੱਚ ਜਾਵਾਂਗੇ ਤਾਂ ਆਪਣੇ ਕੰਮਾਂ ਨੂੰ ਲੈ ਕੇ ਹੀ ਜਾਵਾਂਗੇ, ਆਪਣੇ ਰਿਪੋਰਟ ਕਾਰਡ ਨੂੰ ਲੈ ਕੇ ਜਾਵਾਂਗੇ, ਤੇ ਉੱਥੇ ਜ਼ਰੂਰ ਲੋਕ ਉਸ ਚੀਜ਼ ਨੂੰ ਕੰਸੀਡਰ ਕਰਨ। ਜੀ ਮੈਮ, ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੌਜੂਦਾ, ਉਹ ਵੀ ਦਾਅਵਾ ਕਰ ਰਹੇ ਨੇ ਕਿ ਸਾਡੀ ਜਿੱਤ ਪੱਕੀ ਹੈ, ਸਾਨੂੰ ਤਾਂ ਕੰਮ ਕਰਨ ਦੀ ਲੋੜ ਨਹੀਂ, ਵੀ ਐਤਕੀ ਪੰਜਾਬ 'ਚ ਝਾੜੂ ਚੱਲੂ। ਦੇਖੋ, ਦਾਵਾ ਜਿਹੜਾ ਇਲੈਕਸ਼ਨ ਲੜਦਾ, ਦਾਵਾ ਤਾਂ ਹਰ ਕੋਈ ਇਹੀ ਕਰਦਾ ਹੈ। ਔਰ ਜਿਹੜੇ ਵਿਧਾਇਕ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਵਿਧਾਇਕ ਸਾਹਿਬ ਤਾਂ ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੇ ਸੀਗੇ, ਆਪਣੇ ਆਪ ਨੂੰ ਫਾਈਨੈਂਸ ਮਿਨਿਸਟਰ ਘੋਸ਼ਿਤ ਕਰ ਚੁੱਕੇ ਸੀਗੇ ਇਲੈਕਸ਼ਨ ਤੋਂ ਪਹਿਲਾਂ ਹੀ, ਤੇ ਰਿਜ਼ਲਟ ਸਾਰਿਆਂ ਦੇ ਸਾਹਮਣੇ ਸੀਗਾ। ਜਿਹੜੇ ਕੁਛ ਇਹਨਾਂ ਨੇ ਜਿੱਤੇ ਵੀ ਸੀਗੇ ਜਿੱਥੇ, ਉਹ ਵੀ ਅੱਧੇ ਤੋਂ ਵੱਧ ਭੱਜ ਗਏ ਨੇ ਹੁਣ ਦੂਜੀਆਂ ਪਾਰਟੀਆਂ 'ਚ। ਜਿਹੜੇ ਰਹਿ ਗਏ ਨੇ ਉਹ ਵੀ ਇਹਨਾਂ ਦੀ ਪਾਰਟੀ ਨੂੰ ਸਾਰਾ ਦਿਨ ਪਾਰਟੀ ਦੇ ਜਿਹੜੇ ਹੈਗੇ ਆ ਪੋਥੜੇ ਫਰੋਲ ਰਹੇ ਨੇ। ਜੋ ਜਿਸ ਤਰੀਕੇ ਇਹਨਾਂ ਦੀਆਂ ਪਾਰਟੀ ਵਿੱਚ ਟਿਕਟਾਂ ਪਿੱਛੇ ਲੜਾਈ ਚੱਲ ਰਹੀ ਹੈ, ਜਿਸ ਤਰੀਕੇ ਟਿਕਟਾਂ ਪਿੱਛੇ ਪੈਸਾ ਚੱਲ ਰਿਹਾ, ਸੋ ਦਾਵਾ ਕੁਛ ਮਰਜ਼ੀ ਕੋਈ ਕਰੇ, ਪਰ ਐਮਐਲਏ ਸਾਹਿਬ ਨੂੰ ਮੈਂ ਇੰਨਾ ਜ਼ਰੂਰ ਪੁੱਛਣਾ ਚਾਹੂੰਗੀ ਕਿ 5 ਸਾਲ ਤੁਸੀਂ ਰਹੇ ਕਿੱਥੇ? ਤੁਸੀਂ ਜਾਂ ਚੰਡੀਗੜ੍ਹ ਜਾਂ ਅਮਰੀਕਾ ਰਹਿ ਕੇ, ਜੇ ਸਿਰਫ ਫੇਸਬੁੱਕ ਜਾਂ ਸੋਸ਼ਲ ਮੀਡੀਆ ਦੀ ਰਾਜਨੀਤੀ ਕਰਕੇ ਜੇ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਤੁਸੀਂ ਜਿੱਤ ਰਹੇ ਹੋ, ਤਾਂ ਇਹ ਮੈਨੂੰ ਲੱਗਦਾ ਹੈ ਕਿ ਲੋਕੀ ਇਸ ਦਾ ਜ਼ਰੂਰ ਤੁਹਾਨੂੰ ਜਵਾਬ ਦੇਣਗੇ। ਜੀ, ਜੇਕਰ ਸੁਨਾਮ ਹਲਕੇ ਦੇ ਲੋਕ ਤੁਹਾਨੂੰ ਵਿਸ਼ਵਾਸ ਦਿੰਦੇ ਨੇ, ਵੋਟਾਂ ਦਿੰਦੇ ਨੇ, ਤੁਹਾਨੂੰ ਜਿਤਾਉਂਦੇ ਨੇ, ਕਿਹੜੇ ਮੁੱਦੇ ਹੋਣਗੇ ਸਭ ਤੋਂ ਪਹਿਲ ਦੇ ਆਧਾਰ ਤੇ ਹੱਲ ਹੋਣਗੇ ਜਿਹੜੇ ਸੁਨਾਮ? ਮੈਂ 5 ਸਾਲ ਇੱਥੇ ਕੰਮ ਕੀਤਾ, ਮਿੱਟੀ ਨਾਲ ਮਿੱਟੀ ਹੋਈਆਂ, ਜਿੰਨੇ ਜੋਗੀ ਸੀਗੀ। ਹਾਰਨ ਦੇ ਬਾਵਜੂਦ ਮੈਂ ਜਿੰਨੇ ਪੈਸੇ, ਜਿੰਨੀਆਂ ਗ੍ਰਾਂਟਾਂ ਆਪਣੀ ਪਾਰਟੀ, ਆਪਣੀ ਲੀਡਰਸ਼ਿਪ ਤੋਂ ਮੰਗ ਕੇ, ਮਿੰਨਤਾਂ ਕਰਕੇ ਲਿਆ ਸਕੀ, ਮੈਂ ਲਿਆਈਆਂ ਜੀ। ਪਰ ਉਸ ਦੇ ਇਲਾਵਾ ਵੀ, ਉਸ ਦੇ ਬਾਵਜੂਦ ਵੀ ਮੈਨੂੰ ਪਤਾ ਹੈ ਕਿ ਇੱਥੇ ਬਹੁਤ ਸਾਰੀਆਂ ਕਮੀਆਂ। ਜੇ ਮੈਂ ਗੱਲ ਕਰਾਂ ਤਾਂ ਮੈਨੂੰ ਤਾਂ ਐਟ ਦ ਬੈਕ ਆਫ ਮਾਈ ਹੈਂਡਸ ਕੰਮ ਪਤਾ ਨੇ ਜਿਹੜੇ ਸੁਨਾਮ ਵਿੱਚ ਹੋਣ ਵਾਲੇ ਨੇ। ਸਭ ਤੋਂ ਜ਼ਰੂਰੀ ਮੈਂ ਸਮਝਦੀ ਹਾਂ ਸੁਨਾਮ ਵਿੱਚ ਜੇ ਪਹਿਲ ਦੇ ਆਧਾਰ ਤੇ ਕਿਸੇ ਚੀਜ਼ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਮੈਡੀਕਲ ਫੈਸਿਲਿਟੀ। ਤੁਸੀਂ ਜਾਣਦੇ ਹੋ, ਮੈਂ ਸੀਐਮ ਸਾਹਿਬ ਵੀ ਜਿਸ ਦਿਨ ਆਇਆ, ਮੈਂ ਸਭ ਤੋਂ ਪਹਿਲੀ ਮੰਗ ਇੱਥੇ ਦੇ ਹਸਪੀਟਲਸ ਨੂੰ ਅਪਗ੍ਰੇਡ ਕਰਨ ਦੀ ਕੀਤੀ, ਔਰ ਉਹਨਾਂ ਨੇ 10 ਕਰੋੜ ਰੁਪਈਆ ਉਸ ਦਿਨ ਮਨਜ਼ੂਰ ਵੀ ਕੀਤਾ, ਜਿਹਦੇ ਚੋਂ 5 ਕਰੋੜ ਰੁਪਈਆ ਸੁਨਾਮ ਦੇ ਹਸਪਤਾਲ ਵਾਸਤੇ ਤੇ 2.5 ਕਰੋੜ ਰੁਪਇਆ ਲੌਂਗੋਵਾਲ ਤੇ ਚੀਮਾ ਦੇ ਜਿਹੜੇ ਮੈਡੀਕਲ ਫੈਸਿਲਿਟੀਜ਼ ਹੈ ਉਸ ਵਾਸਤੇ ਉਹਨਾਂ ਨੇ ਮਨਜ਼ੂਰ ਵੀ ਕੀਤਾ। ਉਸ ਤੋਂ ਇਲਾਵਾ ਸੁਨਾਮ ਵਿੱਚ ਪਾਰਕਿੰਗ ਦੀ ਜਿਹੜੀ ਫੈਸਿਲਿਟੀ ਹੈ ਉਹ ਨਹੀਂ ਹੈ। ਸਾਡੀ ਮਾਰਕੀਟ, ਸਾਡੀ ਸੁਨਾਮ ਦੀ ਇਕੋਨਮੀ ਉਸ ਕਰਕੇ ਸਫਰ ਕਰ ਰਹੀ ਹੈ। ਲੋਕ ਸੰਗਰੂਰ ਜਾਂਦੇ ਨੇ, ਸੁਨਾਮ ਨੂੰ ਪ੍ਰੈਫਰ ਨਹੀਂ ਕਰਦੇ, ਸੁਨਾਮ ਦੇ ਬਾਜ਼ਾਰ ਨੂੰ। ਸੋ ਸਭ ਤੋਂ ਪਹਿਲਾ ਮੁੱਦਾ ਪਾਰਕਿੰਗ ਦਾ, ਜਿਹੜਾ ਕਿ ਵਕਤ ਘੱਟ ਹੋਣ ਕਾਰਨ ਮੈਂ ਉਸ ਨੂੰ ਨਹੀਂ ਅਸੀਂ ਪੂਰੀ ਤਰ੍ਹਾਂ ਹੱਲ ਕਰ ਸਕੇ। ਬਟ ਮੇਰਾ ਸਭ ਤੋਂ ਪਹਿਲਾ ਜਿਹੜਾ ਵਾਅਦਾ ਆਉਣ ਵਾਲੇ ਸਮੇਂ ਵਿੱਚ ਹੋਊਗਾ ਤਾਂ ਉਹ ਸੁਨਾਮ ਵਿੱਚ ਪਾਰਕਿੰਗ ਦਾ ਹੋਊਗਾ, ਉੱਬਾਵਾਲ ਪਿੰਡ ਦੀ ਸੀਵਰੇਜ ਦਾ ਹੋਊਗਾ। ਇੱਥੇ ਸੁਨਾਮ ਐਡਾ ਵੱਡੇ ਆਬਾਦੀ ਵਾਲਾ ਸ਼ਹਿਰ ਹੈ, ਅੱਜ ਸਾਡੇ ਸੁਨਾਮ ਵਿੱਚ ਪਾਰਕ ਦੇ ਨਾਮ ਤੇ ਇਕੱਲਾ ਇੱਕ ਰੋਜ਼ ਗਾਰਡਨ ਹੈ। ਉਸ ਤੋਂ ਇਲਾਵਾ ਸਾਡੇ ਇਸ ਸ਼ਹਿਰ ਵਿੱਚ ਕੋਈ ਵੀ ਵਧੀਆ ਪਾਰਕ ਸਾਡੀਆਂ ਬਜ਼ੁਰਗ ਮਾਵਾਂ ਲਈ, ਬਜ਼ੁਰਗਾਂ ਲਈ, ਬੱਚਿਆਂ ਲਈ ਕੋਈ ਪਾਰਕ ਨਹੀਂ ਹੈਗਾ। ਤਾਂ ਜਿੱਥੇ ਅਸੀਂ ਕਰੋੜਾਂ ਦੀ ਜ਼ਮੀਨ PWD ਰੈਸਟ ਹਾਊਸ ਦੇ ਨਾਲ ਛੜਵਾਈ ਹੈ, ਉੱਥੇ ਪਾਰਕ ਆਲਰੇਡੀ ਬਣ ਰਿਹਾ, ਉਸਦੇ ਪੈਸੇ ਵੀ ਮਨਜ਼ੂਰ ਹੋ ਚੁੱਕੇ ਆ, ਕੰਮ ਚੱਲ ਰਿਹਾ, ਤੇ ਉਸਦੇ ਤਰੀਕੇ ਤੇ ਹੀ ਜਿਹੜੀਆਂ ਹੋਰ ਵੀ ਦੱਬੀਆਂ ਹੋਈਆਂ ਜ਼ਮੀਨਾਂ ਅਸੀਂ ਅੱਗੇ ਛੜਵਾਉਣ ਦੀ ਸੋਚ ਰਹੇ ਹਾਂ, ਉੱਥੇ ਪਾਰਕ ਔਰ ਹੋਰ ਇਦਾਂ ਦੀਆਂ ਫੈਸਿਲਿਟੀਜ਼ ਲਿਆਉਣ ਬਾਰੇ ਮੈਂ ਕੋਸ਼ਿਸ਼ ਕਰੂੰਗੀ। ਮੈਂ ਵੀ ਮੈਮ ਹਲਕਾ ਵਾਚ ਕੀਤਾ, ਇੱਕ ਤਾਂ ਮੈਨੂੰ ਲੱਗੀ ਕਮੀ ਯੂਨੀਵਰਸਿਟੀ ਦੀ ਕਮੀ ਲੱਗੀ, ਵੀ ਹਲਕੇ 'ਚ ਕੋਈ ਯੂਨੀਵਰਸਿਟੀ ਨਹੀਂ, ਜਾਂ ਤਾਂ ਜਿਹੜੇ ਨੌਜਵਾਨ ਨੇ ਸੰਗਰੂਰ ਜਾਣਾ ਪੈਂਦਾ ਉਹਨਾਂ ਨੂੰ, ਪਟਿਆਲੇ ਜਾਣਾ ਪੈਂਦਾ, ਜਾਂ ਫਿਰ ਬਠਿੰਡੇ ਜਾਣਾ ਪੈਂਦਾ। ਯੂਨੀਵਰਸਿਟੀ ਲਈ ਕੀ ਕਰੋਗੇ? ਯੂਨੀਵਰਸਿਟੀ ਲਿਆਉਣ ਦੇ ਇਹੀ ਤਾਂ ਸਰ ਮੇਰਾ ਸਵਾਲ ਹੈ। ਅੱਜ ਜਦੋਂ ਅਸੀਂ ਪਿੰਡਾਂ ਜਾਂਦੇ ਹਾਂ, ਮਾਵਾਂ ਪੁੱਛਦੀਆਂ ਕਿ ਸਾਡੇ ਬੱਚਿਆਂ ਨੂੰ ਨੌਕਰੀ, ਮੈਂ ਉਹਨਾਂ ਨੂੰ ਇਹ ਪੁੱਛਦੀ ਹਾਂ ਕਿ ਦੇਖੋ ਮੈਂ ਜਿੱਤੀ ਨਹੀਂ ਸੀ, ਮੈਂ ਹਾਰ ਗਈ ਸੀ। ਸੋ ਮੈਂ ਹਾਰਨ ਦੇ ਬਾਵਜੂਦ ਮੇਰਾ ਫਰਜ਼ ਬਣਦਾ ਸੀ ਕਿ ਮੇਰੀ ਜੇ ਪਾਰਟੀ ਦੀ ਸਰਕਾਰ ਹੈ, ਜੇ ਕਾਂਗਰਸ ਪਾਰਟੀ ਦੀ ਸਰਕਾਰ ਹੈ, ਤਾਂ ਮੈਂ ਆਪਣੇ ਇਲਾਕੇ ਵਾਸਤੇ ਪੈਸੇ ਮਨਜ਼ੂਰ ਕਰਵਾਵਾਂ, ਪੈਸੇ ਲਿਆਵਾਂ, ਕਿਉਂਕਿ ਉਸ ਤੋਂ ਇਲਾਵਾ ਵਿਧਾਨ ਸਭਾ 'ਚ ਤਾਂ ਮੈਨੂੰ ਕੋਈ ਜਾਣ ਨਹੀਂ ਸੀ ਦਿੰਦਾ ਜਿੱਥੇ ਮੈਂ ਕੋਈ ਜਨਰਲ ਮੁੱਦੇ ਜਿਹੜੇ ਇਲਾਕੇ ਦੇ ਉਹ ਚੱਕ ਸਕਾਂ। ਹੁਣ ਤੁਸੀਂ ਦੇਖੋ, ਇੱਥੋਂ ਦੇ ਸਾਡੇ 2 ਵਾਰ ਦੇ MP ਭਗਵੰਤ ਮਾਨ ਰਹੇ ਨੇ, ਅੱਜ ਤੱਕ ਉਹਨਾਂ ਨੇ ਕਦੀ ਇਸ ਇਲਾਕੇ ਵਿੱਚ ਕਿਸੇ ਵੱਡੇ ਕਾਰਖਾਨੇ ਜਾਂ ਫੈਕਟਰੀ ਦੀ ਗੱਲ ਨਹੀਂ ਕੀਤੀ, ਕਿਸੇ ਯੂਨੀਵਰਸਿਟੀ ਦੀ ਗੱਲ ਨਹੀਂ ਕੀਤੀ। ਜੇ ਉਹ ਚਾਹੁੰਦੇ 10 ਸਾਲਾਂ ਵਿੱਚ ਇੱਕ ਯੂਨੀਵਰਸਿਟੀ, ਇੱਕ ਵੱਡਾ ਕੋਈ ਸਰਕਾਰੀ ਕਾਲਜ ਜਾਂ ਕੋਈ ਇਹੋ ਜਿਹੀ ਫੈਸਿਲਿਟੀ ਉਹ ਸਾਡੇ ਇਲਾਕੇ ਵਾਸਤੇ, ਸੁਨਾਮ, ਸੰਗਰੂਰ, ਦਿੜਵੇ ਵਾਸਤੇ ਕੁਛ ਨਾ ਕੁਛ ਤਾਂ ਉਹ ਲਿਆ ਹੀ ਸਕਦੇ ਸੀਗੇ। ਮੌਜੂਦਾ MLA ਉਹਨਾਂ ਦੇ ਸੀਗੇ, MP ਉਹ ਆਪ ਸੀਗੇ, ਪਰ ਕਦੀ ਵੀ ਇਸ ਪਾਸੇ ਉਹਨਾਂ ਨੇ ਵਿਚਾਰ ਹੀ ਨਹੀਂ ਕੀਤਾ, ਨਾ ਇੱਥੋਂ ਦੇ ਮੌਜੂਦਾ ਵਿਧਾਇਕ ਨੇ ਕਦੀ ਇਹੋ ਜਿਹੇ ਸਵਾਲ ਚੱਕੇ। ਮੈਂ ਐਗਜ਼ਾਮਪਲ ਦੇਣਾ ਚਾਹੂੰਗੀ ਕਿ ਕਿਉਂ ਇਹ ਮੈਂ ਗੱਲ ਕਰਦੀ ਹੁੰਦੀ ਹਾਂ। ਹੁਣ ਸਾਡੇ ਸਿੰਗਲਾ ਸਾਹਿਬ ਨੇ,
ਮੌਜੂਦਾ ਮੰਤਰੀ ਨੇ ਸੰਗਰੂਰ ਤੋਂ। ਅੱਜ ਸੰਗਰੂਰ ਵਿੱਚ ਸੀਮੈਂਟ ਫੈਕਟਰੀ ਵੀ ਆਈ ਹੈ, ਅੱਜ ਸੰਗਰੂਰ ਵਿੱਚ ਕੈਂਸਰ ਹਸਪਤਾਲ ਵੀ ਹੈ, ਅੱਜ ਸੰਗਰੂਰ ਵਿੱਚ ਪੀਜੀਆਈ ਵਰਗਾ ਹਸਪਤਾਲ ਵੀ ਹੈ, ਹੁਣ ਮੈਡੀਕਲ ਕਾਲਜ ਖੁੱਲ ਰਿਹਾ ਹੈ। ਸੋ ਮਤਲਬ ਇੱਕ ਇਲੈਕਟਿਡ ਰਿਪਰੈਜ਼ੈਂਟੇਟਿਵ ਦਾ ਮਤਲਬ ਹੁੰਦਾ ਹੈ ਲੜ ਕੇ ਆਪਣੇ ਇਲਾਕੇ ਵਾਸਤੇ ਇਹੋ ਜਿਹੇ ਐਂਟਰਪ੍ਰਾਈਜ਼ਸ ਲਿਆਣਾ ਜਿੱਥੇ ਨੌਕਰੀਆਂ ਤੇ ਪੜ੍ਹਾਈ ਜਾਂ ਬੱਚਿਆਂ ਦੀ ਹਾਇਰ ਐਜੂਕੇਸ਼ਨ ਵਿੱਚ ਜਿਹਦਾ ਫਾਇਦਾ ਹੋ ਸਕੇ। ਤੇ ਸਾਡੇ ਵਿਧਾਇਕਾਂ ਨੇ ਤਾਂ ਇਕੱਲੇ ਟੀਵੀ ਤੇ ਡਿਬੇਟਾਂ ਵਿੱਚ ਹੀ ਟਾਈਮ ਗੁਜ਼ਾਰਤਾ, ਤੇ ਸਾਡੇ ਨਾ ਐਮਪੀ ਸਾਹਿਬ ਨੇ ਕੁਝ ਕੀਤਾ ਤੇ ਨਾ ਵਿਧਾਇਕ ਨੇ ਕੁਝ ਕੀਤਾ। ਸੋ ਜੇ ਇੱਥੋਂ ਦੇ ਲੋਕ ਮੈਨੂੰ ਫਤਵਾ ਦਿੰਦੇ ਆ, ਜਿਤਾਉਂਦੇ ਆ, ਤਾਂ ਮੇਰਾ ਸਭ ਤੋਂ ਪਹਿਲਾ ਵਿਧਾਨ ਸਭਾ ਵਿੱਚ ਜੇ ਮੈਂ ਮਸਲਾ ਰੱਖੂੰਗੀ ਤਾਂ ਨੌਜਵਾਨਾਂ ਦਾ ਰੱਖੂੰਗੀ। ਸਾਡੇ ਇੱਥੇ ਬੱਚਿਆਂ ਵਾਸਤੇ ਨੌਕਰੀ ਦਾ ਕੀ ਸਾਧਨ ਹੋਊਗਾ, ਨੌਕਰੀਆਂ ਵਾਸਤੇ ਕੀ ਐਂਟਰਪ੍ਰਾਈਜ਼ਸ ਅਸੀਂ ਆਪਣੀ ਇਸ ਧਰਤੀ ਤੇ ਲਿਆ ਸਕਦੇ ਆ, ਯੂਨੀਵਰਸਿਟੀ ਹਾਇਰ ਐਜੂਕੇਸ਼ਨ ਵਾਸਤੇ ਅਸੀਂ ਇੱਥੇ ਕੀ ਕਰ ਸਕਦੇ ਹਾਂ, ਸਭ ਤੋਂ ਪਹਿਲੀ ਮੇਰੀ ਉਹ ਮੰਗ ਹੋਊਗੀ। 2017 ਦੇ ਵਿੱਚ ਤਾਂ ਕਾਂਗਰਸ ਦੀ ਸਰਕਾਰ ਬਣੀ, ਲੋਕਾਂ ਨੇ ਕਾਂਗਰਸ ਨੂੰ ਵਿਸ਼ਵਾਸ ਦਿੱਤਾ, ਭਰੋਸਾ ਦਿੱਤਾ। ਲੱਗਦਾ ਕਿ ਲੋਕ ਭਰੋਸਾ ਤੁਸੀਂ ਜਿੱਤ ਪਾਓਗੇ ਲੋਕਾਂ ਦਾ? ਬਿਲਕੁਲ ਜੀ, ਕਾਂਗਰਸ ਪਾਰਟੀ ਨੇ ਬਹੁਤ ਵਧੀਆ ਕੰਮ ਕੀਤਾ। ਤੁਸੀਂ ਹਲਕੇ ਟੂ ਹਲਕੇ ਰਿਪੋਰਟ ਲੈ ਸਕਦੇ ਹੋ। ਅੱਜ ਇਸ ਵਾਰ ਜਿਹੜੀਆਂ ਚੋਣਾਂ ਹੈ, ਹਰ ਵਿਧਾਇਕ, ਹਰ ਰਿਪਰੈਜ਼ੈਂਟੇਟਿਵ ਆਪਣੇ ਕੰਮਾਂ ਦੇ ਆਧਾਰ ਤੇ ਲੜੇਗਾ। ਆਪਣੀ ਉਸਨੇ ਆਪਣੇ ਹਲਕੇ ਵਿੱਚ ਕਿਸ ਤਰੀਕੇ ਦੀ ਉਸਨੇ ਇਹ 5 ਸਾਲਾਂ ਵਿੱਚ ਵਿਕਾਸ ਕਾਰਜ ਕੀਤੇ, ਕਿਸ ਤਰੀਕੇ ਦੀ ਉਸਦੇ ਹਲਕੇ ਵਿੱਚ ਉਹ ਕਿਸ ਤਰੀਕੇ ਵਿਚਰੇ ਨੇ, ਇਸ ਦੇ ਆਧਾਰ ਤੇ ਲੜਨਗੇ। ਔਰ ਕਾਂਗਰਸ ਪਾਰਟੀ ਦੇ ਸਾਡੇ ਜਿੰਨੇ ਵੀ ਐਮਐਲਏਜ਼ ਨੇ, ਜਿੰਨੇ ਸਾਡੇ ਆਗੂ ਨੇ, ਹਲਕਾ ਇੰਚਾਰਜਸ ਨੇ, ਸਭ ਨੇ ਜ਼ਿੰਮੇਵਾਰੀ ਨਾਲ ਇਹਨਾਂ 5 ਸਾਲਾਂ 'ਚ ਜੀ ਤੋੜ ਮਿਹਨਤ ਕੀਤੀ ਹੈ। ਔਰ ਕਾਂਗਰਸ ਪਾਰਟੀ ਨੇ ਔਨ ਦਾ ਹੋਲ ਇੰਨੀਆਂ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਦਿੱਤੀਆਂ, ਲੋਕ ਬਹੁਤ ਖੁਸ਼ ਨੇ। ਤੁਸੀਂ ਜਾ ਕੇ ਦੇਖੋ, ਅੱਜ ਪਿੰਡਾਂ 'ਚ ਪਤਾ ਲੱਗਦਾ, ਲੋਕੀ ਕਹਿੰਦੇ ਨੇ, ਮੂੰਹੋਂ ਬੋਲਦਾ ਹੈ ਕੰਮ। ਇਕੱਲੇ ਲੌਂਗੋਵਾਲ ਵਿੱਚ ਤੁਸੀਂ ਜਾ ਕੇ ਵੇਖੋ ਤਾਂ 100 ਕਰੋੜ ਤੋਂ ਉੱਪਰਲੇ ਡਿਵੈਲਪਮੈਂਟ ਵਰਕਸ ਹੋਏ ਆ। ਆ ਜਿਹੜੇ ਵੱਡੇ ਪ੍ਰੋਜੈਕਟ ਨੇ ਤਾਂ ਮੈਂ ਤਾਂ ਬਾਅਦ 'ਚ ਨੇ, ਉਦਮ ਸਿੰਘ ਜੀ ਦਾ ਮੈਮੋਰੀਅਲ, ਪੁਲ ਜਾਂ ਸੜਕਾਂ ਜਿਹੜੀਆਂ 140 ਕਰੋੜ ਦੀਆਂ ਸੜਕਾਂ ਪੂਰੇ ਹਲਕੇ 'ਚ ਬਣੀਆਂ, ਉਸ ਤੋਂ ਇਲਾਵਾ 100 150 ਕਰੋੜ ਦੇ ਵਿਕਾਸ ਕਾਰਜ ਸਾਡੇ ਚੀਮੇ ਤੇ ਲੌਂਗੋਵਾਲ ਵਰਗੇ ਕਸਬਿਆਂ 'ਚ ਹੋਏ ਆ, ਤੇ ਜਿਹੜੇ ਮੂੰਹੋਂ ਬੋਲਦੇ ਨੇ। ਜੀ ਮੈਮ, ਮੈਂ ਤੁਹਾਡੀ ਜ਼ਿੰਦਗੀ ਬਾਰੇ ਸਵਾਲ ਪੁੱਛ ਰਿਹਾ ਜੀ। ਤੁਸੀਂ ਫੌਜੀ ਪਰਿਵਾਰ ਨਾਲ ਸੰਬੰਧਿਤ ਹੋ। ਜੀ ਬਿਲਕੁਲ। ਮੈਂ ਨਾ ਤੁਹਾਨੂੰ ਵਾਚ ਕੀਤਾ, ਸਾਡਾ ਦੇਖਿਆ। ਕਿਉਂ ਤੁਹਾਨੂੰ ਲੱਗਿਆ ਵੀ ਪਰਿਵਾਰ ਨੇ ਤਾਂ ਫੌਜ 'ਚ ਰਹਿ ਕੇ ਸੇਵਾ ਕੀਤੀ, ਤੁਹਾਨੂੰ ਕਿਉਂ ਲੱਗਿਆ ਵੀ ਸਿਆਸਤ ਵਿੱਚ ਰਹਿ ਕੇ ਸੇਵਾ ਕੀਤੀ ਜਾ ਸਕਦੀ ਹੈ? ਕਿਉਂਕਿ ਪਰਿਵਾਰ ਨੇ ਰੋਕਿਆ ਤਾਂ ਹੋਣਾ, ਕਿਉਂਕਿ ਸਿਆਸਤ ਨੂੰ ਕਾਫੀ ਕਰਪਟ ਮੰਨਿਆ ਜਾਂਦਾ, ਵੀ ਭ੍ਰਿਸ਼ਟਾਚਾਰ ਬਹੁਤ ਹੈ, ਬਹੁਤ ਕੁਝ ਹੁੰਦਾ ਸਿਆਸਤ ਦੇ ਵਿੱਚ। ਪਰਿਵਾਰ ਨੇ ਰੋਕਿਆ ਨਹੀਂ ਕਦੇ? ਨਹੀਂ, ਪਰਿਵਾਰ ਨੇ ਹਮੇਸ਼ਾ ਸਪੋਰਟ ਕੀਤੀ ਹੈ। ਭਾਵੇਂ ਮੈਂ ਆਪਣੇ ਪੇਰੈਂਟਸ ਦੀ ਗੱਲ ਕਰਾਂ ਜਾਂ ਮੇਰੇ ਸਹੁਰਾ ਪਰਿਵਾਰ ਦੀ ਗੱਲ ਕਰਾਂ, ਜੀ, ਬਹੁਤ ਸਪੋਰਟਿਵ ਰਹੇ ਨੇ। ਇਨਫੈਕਟ ਬਿਲਕੁਲ ਤੁਸੀਂ ਸਹੀ ਕਿਹਾ, ਮੇਰੇ ਫਾਦਰ ਸਾਹਿਬ ਆਰਮੀ 'ਚੋਂ ਰਿਟਾਇਰ ਹੋਏ ਨੇ, ਮੇਰੇ ਦਾਦਾ ਜੀ ਆਰਮੀ ਸੀ, ਮੇਰੇ ਤਾਇਆ ਜੀ ਆਰਮੀ 'ਚੋਂ ਰਿਟਾਇਰ ਹੋਏ ਨੇ, ਮੇਰੇ ਸਹੁਰਾ ਸਾਹਿਬ 에ਅਰਫੋਰਸ 'ਚੋਂ ਰਿਟਾਇਰ ਹੋਏ ਸੀਗੇ। ਮੇਰੇ ਹਸਬੈਂਡ ਦੇ ਤਿੰਨੋਂ ਤਾਇਆ ਜੀ ਉਹਨੇ ਆਰਮ ਫੋਰਸਿਸ ਵਿੱਚ ਸਰਵ ਕੀਤਾ। ਉਹਨਾਂ ਦੇ ਦਾਦਾ ਜੀ ਬ੍ਰਿਟਿਸ਼ ਆਰਮੀ 'ਚ ਕੈਪਟਨ ਸੀਗੇ, ਉਹਨਾਂ ਦੇ ਪੜਦਾਦਾ ਜੀ ਵੀ ਫੌਜ ਸੀਗੇ। ਸੋ ਮੇਰੇ ਤਾਂ ਸਾਰੇ ਪਰਿਵਾਰ 'ਚ ਫੌਜੀ ਨੇ ਦੋਨੋਂ ਪਾਸੇ। ਬਟ ਨਹੀਂ, ਪਰਿਵਾਰ ਨੇ ਕਦੀ ਵੀ ਸਿਆਸਤ ਵਿੱਚ ਆਉਣ ਤੋਂ ਰੋਕਿਆ ਨਹੀਂ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਉੱਥੇ ਜਾ ਕੇ ਸੁਧਾਰ ਕਰੋ। ਜਿਹੜੀਆਂ ਚੀਜ਼ਾਂ ਦੀ ਕਮੀਆਂ ਹੈ, ਜਿਵੇਂ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ, ਉਹ ਭ੍ਰਿਸ਼ਟਾਚਾਰ ਕਿਵੇਂ ਹਟੂਗਾ ਜੇ ਅਵੇਅਰ ਲੋਕੀ, ਪੜ੍ਹੇ ਲਿਖੇ ਲੋਕੀ ਇਸ ਪਾਸੇ ਆਣਗੇ, ਇਸ ਪ੍ਰੋਫੈਸ਼ਨ ਵਿੱਚ ਸੀਰੀਅਸਲੀ ਹਿੱਸਾ ਲੈਣਗੇ। ਜਿਹੜਾ ਇਸ ਪ੍ਰੋਫੈਸ਼ਨ ਵਿੱਚ ਨੈਪੋਟਿਜ਼ਮ ਚੱਲ ਰਿਹਾ, ਜਿੱਥੇ ਸਿਰਫ ਇੱਕ ਮੰਤਰੀ ਦਾ ਮੁੰਡਾ ਆਪਣੇ ਆਪ ਨੂੰ ਹੱਕਦਾਰ ਸਮਝਦਾ ਹੈ, ਸੋਚਿਆ ਜਾਂਦਾ ਹੈ ਕਿ ਸਿਰਫ ਕਿਉਂਕਿ ਮੇਰਾ ਪਿਓ ਮੰਤਰੀ ਸੀਗਾ ਤੇ ਇਹ ਮੇਰਾ ਸਮਰਾਜ ਹੈ, ਇਹ ਲੋਕ ਮੈਨੂੰ ਹੀ ਵੋਟ ਪਾਉਣਗੇ, ਉਹ ਜਿਹੜੀ ਸੋਚ ਹੈ ਉਸ ਨੂੰ ਤੋੜਿਆ ਜਾਊਗਾ। ਔਰ ਜਦੋਂ ਤੁਹਾਨੂੰ ਇਹ ਲੱਗਣ ਲੱਗ ਪੈਂਦਾ ਕਿ ਇਹ ਇੱਥੇ ਤਾਂ ਮੇਰਾ ਹੱਕ ਹੈ, ਉੱਥੇ ਫਿਰ ਭ੍ਰਿਸ਼ਟਾਚਾਰ ਵੀ ਹੁੰਦਾ ਹੈ, ਉੱਥੇ ਕਰਪਸ਼ਨ ਵੀ ਹੁੰਦੀ ਹੈ। ਜੇ ਆਮ ਲੋਕੀ, ਔਰ ਬਾਏ ਆਮ ਮੇਰਾ ਮਤਲਬ ਹੈ ਕਿ ਸਿਰਫ ਇੱਕ ਆਮ ਆਦਮੀ ਪਾਰਟੀ ਨਾਮ ਰੱਖ ਲੈਣਾ ਨਹੀਂ, ਵਾਕਈ ਸਹੀ ਮਾਇਨਿਆਂ 'ਚ ਆਮ ਸਧਾਰਨ ਘਰਾਂ ਦੇ, ਗੈਰ ਸਿਆਸੀ ਘਰਾਂ ਦੇ ਜਿਹੜੇ ਬੱਚੇ, ਨੌਜਵਾਨ ਇਸ ਪਾਸੇ ਆਉਣਗੇ, ਇਸ ਪ੍ਰੋਫੈਸ਼ਨ ਨੂੰ ਅਪਣਾਉਣਗੇ, ਇਸ ਸਿਸਟਮ ਨੂੰ ਅਪਣਾਉਣਗੇ ਔਰ ਇਹਦੇ ਵਿੱਚ ਹਿੱਸਾ ਲੈ ਕੇ ਇਸ ਨੂੰ ਬਦਲਣ ਦੀ ਸੋਚ ਰੱਖਣਗੇ, ਤਾਂ ਹੀ ਇਹ ਭ੍ਰਿਸ਼ਟਾਚਾਰ ਤੇ ਜਿਹੜੀਆਂ ਹੋਰ ਇਹ ਜਿਹੜੀਆਂ ਸਿਆਸਤ ਦੀਆਂ ਜਿਹੜੀਆਂ ਕਮੀਆਂ ਉਹ ਦੂਰ ਕੀਤੀਆਂ ਜਾ ਸਕਦੀਆਂ। ਮੈਮ, ਇੱਕ ਸਵਾਲ ਹੋਰ, ਸਿਆਸਤ ਦੇ ਵਿੱਚ ਔਰਤ ਲਈ ਕਿੰਨਾ ਕੁ ਔਖਾ, ਕਿੰਨੀ ਕੁ ਮਿਹਨਤ ਕਰਨੀ ਪੈਂਦੀ ਆ, ਕਿੰਨਾ ਕੁ ਝੇਲਣਾ ਪੈਂਦਾ, ਕੀ ਲੱਗਦਾ ਤੁਹਾਨੂੰ, ਤੁਹਾਡਾ ਕੀ ਕਹਿੰਦਾ? ਦੇਖੋ, ਪ੍ਰੋਫੈਸ਼ਨ ਕੋਈ ਵੀ ਸੌਖਾ ਨਹੀਂ ਹੁੰਦਾ, ਬਟ ਬਿਲਕੁਲ ਸਿਆਸਤ, ਜਿਵੇਂ ਤੁਸੀਂ ਕਿਹਾ, ਸਿਆਸਤ ਮੈਂ ਸਮਝਦੀ ਹਾਂ ਕਿ ਬਾਕੀ ਸਾਰੇ ਪ੍ਰੋਫੈਸ਼ਨਸ ਨਾਲੋਂ ਵੀ ਔਖਾ ਇੱਕ ਪ੍ਰੋਫੈਸ਼ਨ ਹੈ ਇੱਕ ਔਰਤ ਵਾਸਤੇ, ਕਿਉਂਕਿ ਇਸ ਦਾ ਕੋਈ ਟਾਈਮ ਨਹੀਂ। ਇਸ ਵਿੱਚ ਤੁਸੀਂ ਪਬਲਿਕ ਨਾਲ ਡੀਲ ਕਰਨਾ ਹੈ, 24 ਘੰਟੇ ਤੁਸੀਂ ਬਾਹਰ ਜਾਣਾ ਹੈ, ਲੋਕਾਂ ਵਿੱਚ ਵਿਚਰਨਾ ਹੈ, ਔਰ ਹਰ ਵੇਲੇ ਤੁਸੀਂ ਔਨ ਦਾ ਕਾਲ ਰਹਿੰਦੇ ਹੋ। ਤੁਹਾਨੂੰ ਕਦੀ ਵੀ ਹੋ ਸਕਦਾ ਕਿ ਤੁਹਾਨੂੰ ਕੋਈ ਐਮਰਜੈਂਸੀ ਆ ਜਾਏ ਜਾਂ ਕੰਮ ਆ ਜਾਏ ਤਾਂ ਤੁਹਾਨੂੰ ਬਾਹਰ ਜਾਣਾ ਪੈਂਦਾ ਹੈ, ਆਪਣੇ ਹਲਕੇ 'ਚ ਰਹਿਣਾ ਪੈਂਦਾ ਹੈ। ਸੋ ਬਿਲਕੁਲ ਇਸ ਪ੍ਰੋਫੈਸ਼ਨ ਦੇ ਬਹੁਤ ਚੈਲੰਜਸ ਵੀ ਹੈ, ਪਰ ਮੈਂ ਕਦੀ ਕੰਪਲੇਨ ਨਹੀਂ ਕਰੂੰਗੀ, ਕਿਉਂਕਿ ਮੈਂ ਇਸ ਪ੍ਰੋਫੈਸ਼ਨ ਨੂੰ ਆਪ
ਚੁਣਿਆ ਹੈ ਔਰ ਮੈਂ ਇਸ ਪ੍ਰੋਫੈਸ਼ਨ ਨੂੰ ਆਪ ਅਪਣਾਇਆ ਹੈ। ਸੋ ਜੋ ਚੈਲੰਜਸ ਹੈ ਮੈਂ ਤਾਂ ਉਹਨਾਂ ਨੂੰ ਵੀ ਆਪਣੇ ਹੱਕ 'ਚ ਹੀ ਲੈਂਦੀ ਹਾਂ, ਉਹ ਮੈਨੂੰ ਹੋਰ ਤਕੜਾ ਕਰਦੇ ਆ ਔਰ ਮੈਂ ਸਮਝਦੀ ਹਾਂ ਕਿ ਚੈਲੰਜਸ ਜ਼ਰੂਰ ਨੇ, ਪਰ ਇਹ ਇੱਕ ਐਸਾ ਪ੍ਰੋਫੈਸ਼ਨ ਹੈ ਜਿਸ ਵਿੱਚ ਔਰਤਾਂ ਦੀ ਸਖਤ ਜ਼ਰੂਰਤ ਹੈ। ਜਿੱਥੇ ਆਪਾਂ ਵੈਸੇ ਪੰਜਾਬ ਵਿੱਚ ਤੁਸੀਂ ਜਾਣਦੇ ਹੋ ਕਾਸਟਿਜ਼ਮ ਦੇ ਆਧਾਰ ਤੇ ਬਹੁਤੀ ਜਿਹੜੀ ਪੋਲਿਟਿਕਸ ਹੈ ਨਹੀਂ ਕੀਤੀ ਜਾਂਦੀ, ਕਿਉਂਕਿ ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਆਪਾਂ ਲੋਕਾਂ ਜਾਂਦੇ ਇੱਕ ਸੈਂਟੀਮੈਂਟ ਸਾਹਮਣੇ ਆਉਂਦਾ ਕਿ ਹਰ ਕੋਈ ਚਾਹੁੰਦਾ ਹੈ ਕਿ ਜੱਟਾਂ ਦਾ ਕੋਈ ਜੱਟ ਚਾਹੁੰਦੇ ਆ ਸਾਡਾ ਕੋਈ ਅੱਗੇ ਆਵੇ, ਐਸਸੀ ਭਾਈਚਾਰਾ ਚਾਹੁੰਦਾ ਕਿ ਸਾਡਾ ਕੋਈ ਅੱਗੇ ਆਵੇ, BC ਚਾਹੁੰਦੇ ਆ ਕਿ ਸਾਡਾ ਕੋਈ ਅੱਗੇ ਆਵੇ। ਸੋ ਜਿਹੜੇ ਹਿੰਦੂ ਕਮਿਊਨਿਟੀ ਹੈ, ਬਾਣੀਆ ਕਮਿਊਨਿਟੀ ਹੈ, ਉਹ ਚਾਹੁੰਦੇ ਆ ਸਾਡਾ ਕੋਈ ਅੱਗੇ ਆਵੇ। ਤਾਂ ਸਿਮਿਲਰਲੀ ਮੇਰਾ ਮੰਨਣਾ ਹੈ ਕਿ ਜਿੱਥੇ ਸਾਡੀ ਅੱਧੀ ਆਬਾਦੀ ਔਰਤਾਂ ਦੀ, ਤੇ ਅਸੀਂ ਵੀ ਚਾਹੁੰਦੇ ਆ ਕਿ ਸਾਡਾ ਕੋਈ ਅੱਗੇ ਆਵੇ। ਤੁਹਾਡਾ ਮੰਨਣਾ ਹੈਗਾ ਵੀ ਜਾਤਾਂ ਦੇ ਆਧਾਰ ਤੇ ਸਿਆਸਤ ਹੋਣੀ ਚਾਹੀਦੀ ਹੈ? ਨਹੀਂ, ਬਿਲਕੁਲ ਨਹੀਂ, ਮੈਂ ਤਾਂ ਕਹਿ ਰਹੀ ਹਾਂ ਕਿ ਚੰਗਾ ਹੈ ਪੰਜਾਬ 'ਚ ਨਹੀਂ ਹੁੰਦੀ, ਪਰ ਜਾਤ ਨਹੀਂ, ਬਟ ਘੱਟੋ ਘੱਟ ਜਿਨ੍ਹਾਂ ਦੀ ਅੱਧੀ ਆਬਾਦੀ ਹੈ, ਹੁਣ ਔਰਤਾਂ ਦੀ ਅੱਧੀ ਆਬਾਦੀ ਹੈ ਪੰਜਾਬ ਵਿੱਚ, ਔਰਤ ਤੇ ਮਰਦ ਅੱਧੋ ਅੱਧ ਨੇ, ਤੇ ਜੇ ਸਾਡੀ ਅੱਧੀ ਆਬਾਦੀ ਹੈ ਤਾਂ ਸਾਡੀ ਰਿਪਰੈਜ਼ੈਂਟੇਸ਼ਨ ਵੀ ਅੱਧੀ ਹੋਣੀ ਚਾਹੀਦੀ ਹੈ। ਵਿਧਾਨ ਸਭਾ ਵਿੱਚ, ਪਾਰਲੀਮੈਂਟ ਵਿੱਚ ਅੱਧੀਆਂ ਔਰਤਾਂ ਹੋਣੀਆਂ ਚਾਹੀਦੀਆਂ। ਅੱਜ ਵੀ ਤੁਸੀਂ ਮੰਨੋ ਜਾਂ ਨਾ ਮੰਨੋ, ਪੰਜਾਬ ਵਿੱਚ ਜਿੱਥੇ ਆਪਾਂ ਇਕੱਠ ਕਰਦੇ ਹਾਂ ਉੱਥੇ ਇਹੋ ਜਿਹੀਆਂ ਬੀਬੀਆਂ ਭੈਣਾਂ ਵੀ ਹੁੰਦੀਆਂ ਜਿਹੜੀਆਂ ਕਿ ਮੈਨੂੰ ਅੱਡ ਲਿਜਾ ਕੇ ਆਪਣੀ ਗੱਲ ਕਰਨਾ ਚਾਹੁੰਦੀਆਂ, ਤੇ ਉਹ ਜਿੱਥੇ ਕੋਈ ਮੇਲ ਰਿਪਰੈਜ਼ੈਂਟੇਟਿਵ ਹੋਊਗਾ ਉੱਥੇ ਕਿਵੇਂ ਉਹ ਆਪਣਾ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੀਆਂ। ਅੱਜ ਇੱਕ ਔਰਤ ਨਾਲ ਇੱਕ ਔਰਤ ਆਪਣਾ ਦਿਲ ਖੋਲਣਾ ਜ਼ਿਆਦਾ ਸੌਖਾ ਸਮਝਦੀ ਹੈ ਦੈਨ ਇੱਕ ਆਦਮੀ। ਸੋ ਮੈਂ ਸਮਝਦੀ ਹਾਂ ਕਿ ਜਾਤ ਤੇ ਬਿਲਕੁਲ ਪੋਲਿਟਿਕਸ ਨਹੀਂ ਹੋਣੀ ਚਾਹੀਦੀ, ਬਟ ਜਿੱਥੇ ਜੈਂਡਰ ਇਕੁਐਲਿਟੀ ਜ਼ਰੂਰ ਹੋਣੀ ਚਾਹੀਦੀ ਹੈ ਇਸ ਪ੍ਰੋਫੈਸ਼ਨ ਵਿੱਚ, ਇੱਥੇ ਔਰਤਾਂ ਨੂੰ ਅੱਧੀ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਹੈ। ਇੱਥੇ ਬਹੁਤ ਵੱਡਾ ਗੈਪ ਹੈ ਔਰ ਮੇਰੀਆਂ ਹੋਰ ਜਿਹੜੀਆਂ ਫੀਮੇਲ ਕਲੀਗਸ ਹੈ, ਮੈਂ ਜਿਹੜੀਆਂ ਮਿਹਨਤ ਕਰ ਰਹੀਆਂ, ਜਿਹੜੀਆਂ ਲੋਕਾਂ 'ਚ ਵਿਚਰ ਰਹੀਆਂ, ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਜ਼ਰੂਰ ਮਿਲਣਾ ਚਾਹੀਦਾ ਜੀ। ਹਸਪਤਾਲ ਦੇ ਨਾਲ ਸੰਬੰਧਿਤ ਗੱਲ ਹੈ, ਮੈਨੂੰ ਵੀ ਜਾਣ ਦਾ ਮੌਕਾ ਮਿਲਿਆ, ਲੋਕਾਂ ਨੇ ਵੀ ਦੱਸਿਆ ਤੇ ਡਾਕਟਰ ਵੀ ਦੱਸ ਰਹੇ ਵੀ ਦਵਾਈਆਂ ਦੀ ਕਮੀ ਆ ਤੇ ਮੈਡੀਕਲ ਸਟਾਫ ਦੀ ਕਮੀ ਹੈ, ਡਾਕਟਰਾਂ ਦੀ ਕਮੀ, ਕਿਵੇਂ ਦੂਰ ਕਰੋਗੇ? ਇੱਥੇ ਸਰ ਦੇਖੋ, ਸਾਡੇ ਹਸਪੀਟਲ ਦੇ ਬੜੇ ਬੁਰੇ ਹਾਲ ਸੀ। ਤੁਸੀਂ ਜੇ ਹਸਪਤਾਲ ਗਏ ਹੋਵੋਗੇ, ਤੁਸੀਂ ਦੇਖਿਆ ਹੋਊਗਾ ਕਿ ਹਸਪੀਟਲ ਦਾ ਸਾਰਾ ਇਨਕਲੋਜ਼ਰ ਜਿੱਥੇ ਪੇੜ ਲੱਗੇ ਹੋਏ ਨੇ, ਉੱਥੇ ਐਡੀ ਮੇਰੇ ਤੋਂ ਵੀ ਉੱਚੀ ਘਾਹ ਉਗਦੀ ਸੀ। ਉੱਥੇ ਲੋਕੀ ਰਾਤ ਨੂੰ ਹਨੇਰੇ ਸਵੇਰੇ ਜਾਣ ਤੋਂ ਡਰਦੇ ਸੀਗੇ। ਉਹ ਵੀ ਜਿਹੜੀ ਸਾਫ਼ ਸਫਾਈ ਹੈ ਨਾ, ਉਹ ਮੈਂ ਹੁਣ ਕਰਵਾਈ ਹੈ ਔਰ ਨਗਰ ਕੌਂਸਲ ਨੂੰ ਨਾਲ ਲੈ ਕੇ ਔਰ ਹੋਰ ਸਾਡੇ MCs ਔਰ ਸਾਡੀ ਟੀਮ ਨੂੰ ਨਾਲ ਲੈ ਕੇ ਅਸੀਂ ਮੋਹਰੇ ਲਾ ਕੇ ਉਹ ਸਾਫ਼ ਸਫਾਈ ਹੁਣ ਹੋਈ ਹੈ, ਪਤਾ ਨਹੀਂ ਕਿੰਨੇ ਸਾਲਾਂ ਬਾਅਦ। ਸੋ ਜਿਹੜੀ ਤੁਸੀਂ ਗੱਲ ਕੀਤੀ ਡਾਕਟਰਾਂ ਦੀ, ਜ਼ਰੂਰ ਮੈਂ ਮੰਨਦੀ ਹਾਂ, ਪਰ ਇੱਥੇ ਹਾਲਤ ਬਹੁਤ ਖਰਾਬ ਸੀਗੀ ਔਰ ਅੱਜ ਤਾਂ ਬਹੁਤ ਸੁਧਾਰ ਹੈ। 40% ਸੁਧਾਰ ਹੈ ਜੋ ਪਹਿਲਾਂ, ਅੱਜ ਤੋਂ 5 ਸਾਲ ਪਹਿਲਾਂ ਜੋ ਹਾਲਾਤ ਸੀਗੇ। ਪਰ ਮੈਂ ਮੰਨਦੀ ਹਾਂ ਕਿ ਹਲੇ ਵੀ ਬਹੁਤ ਕਮੀਆਂ ਨੇ, ਬਹੁਤ ਸਹੂਲਤਾਂ ਐਸੀਆਂ ਜਿਹੜੀਆਂ ਨਹੀਂ ਸਾਡੇ ਹਸਪਤਾਲ 'ਚ ਮਿਲ ਰਹੀਆਂ। ਡਾਕਟਰਾਂ ਦੀ ਵੀ ਕਮੀ ਹੈ, ਹੋ ਸਕਦਾ ਦਵਾਈਆਂ ਦੀ ਵੀ ਕਮੀ ਹੋਵੇ। ਸੋ ਮੈਂ ਤਾਂ ਪਹਿਲਾਂ ਹੀ ਕਹਿ ਰਹੀ ਹਾਂ ਕਿ ਉਸ ਵੱਲ ਗੌਰ ਕਰਨਾ ਚਾਹੀਦਾ। ਮੈਂ ਕੀਤਾ ਵੀ ਹੈ, CM ਸਾਹਿਬ ਅੱਗੇ ਮੁੱਦਾ ਚੱਕਿਆ ਵੀ ਹੈ, CM ਸਾਹਿਬ ਬੋਲ ਕੇ ਵੀ ਗਏ ਨੇ, ਉਹ ਤਾਂ ਚੋਣ ਜਾਬਤਾ ਲੱਗ ਗਿਆ ਤਾਂ ਓਬਵੀਅਸਲੀ ਇਹ ਚੀਜ਼ਾਂ ਥੋੜ੍ਹੀਆਂ ਡਿਲੇ ਹੋ ਜਾਣਗੀਆਂ। ਬਟ ਮੇਰਾ ਸਵਾਲ ਇਹ ਹੈ ਕਿ ਇਹ ਹਸਪਤਾਲ ਕੋਈ ਅੱਜ ਦਾ ਤਾਂ ਹੈ ਨਹੀਂ। ਮੈਂ ਤਾਂ ਇਹ 5 ਸਾਲਾਂ ਦੀ ਜ਼ਿੰਮੇਵਾਰੀ ਲੈ ਸਕਦੀ ਹਾਂ। ਉਸ ਤੋਂ ਪਹਿਲਾਂ ਦੀ ਜ਼ਿੰਮੇਵਾਰੀ ਕੌਣ ਲਊਗਾ? ਢੀਂਡਸੇ ਲੈਣਗੇ ਕਿ ਅਰੋੜਾ ਪਰਿਵਾਰ ਲਊਗਾ, ਜਿਨ੍ਹਾਂ ਦੇ ਆਪਣੇ ਮਹਿਲ ਵਰਗੇ ਹਸਪਤਾਲ ਖੜੇ ਹੋ ਗਏ, ਆਪਣੇ ਕਾਲਜ ਬਣ ਗਏ, ਪਰ ਸਿਵਲ ਹਸਪਤਾਲ ਦਾ ਉਹਨਾਂ ਤੋਂ ਇੱਕ ਪੈਸੇ ਦਾ ਸੁਧਾਰ ਨਹੀਂ ਹੋ ਸਕਿਆ। ਜਿਨ੍ਹਾਂ ਦੇ ਸਾਈਨਾਂ 'ਚ ਤਾਕਤ ਸੀਗੀ ਉਹ ਨਹੀਂ ਕੁਛ ਕਰਾ ਸਕੇ। ਮੈਂ ਤਾਂ ਫੇਰ ਹਾਰੀ ਹੋਈ ਨੇ ਇੰਨਾ ਕੁਛ ਕਰਾਤਾ ਤੇ ਅੱਗੇ ਵੀ ਕਰਵਾਉਂਗੀ। ਮੈਂ ਵਚਨਬੱਧ ਹਾਂ, ਮੈਂ ਲੋਕਾਂ ਨੂੰ ਅਗਲੀ ਚੋਣ ਵਾਸਤੇ ਇਸ ਚੋਣਾਂ ਵਿੱਚ ਮੈਂ ਇਹ ਮੁੱਦੇ ਲੈ ਕੇ ਜਾ ਰਹੀ ਹਾਂ ਔਰ ਮੈਂ ਕਰਵਾਉਂਗੀ। ਮੈਨੂੰ ਤਾਕਤ ਬਖਸ਼ਣਗੇ ਤਾਂ ਸਾਰਾ ਕੁਛ ਕਰਵਾਉਂਗੀ। ਜਿੰਨੇ ਜੋਗੀ ਸੀਗੀ ਪਹਿਲਾਂ ਵੀ ਕਰਵਾਇਆ, ਪਰ ਪਿਛਲੇ 25-30 ਸਾਲਾਂ ਦੀ ਜ਼ਿੰਮੇਵਾਰੀ ਕੀ ਇਹ ਲੈਣ ਨੂੰ ਤਿਆਰ ਨੇ, ਮਾਫੀ ਮੰਗਣ ਨੂੰ ਤਿਆਰ ਨੇ। ਮੌਜੂਦਾ ਵਿਧਾਇਕ ਸੀਗੇ, ਵਿਧਾਨ ਸਭਾ 'ਚ ਕਿੰਨੀ ਵਾਰ ਇਹ ਮਸਲਾ ਚੱਕਿਆ। ਵਿਧਾਨ ਸਭਾ 'ਚ ਤਾਂ ਸਭ ਕੁਝ ਔਨ ਰਿਕਾਰਡ ਹੁੰਦਾ ਹੈ। ਹੁਣ ਬੇਸ਼ੱਕ ਕੋਈ ਚਿੱਠੀ ਬੈਕਡੇਟ 'ਚ ਲਿਖ ਕੇ ਤੁਹਾਨੂੰ ਦਿਖਾ ਦੇਣ, ਪਰ ਮੇਰੇ ਧਿਆਨ ਵਿੱਚ ਇਹਨਾਂ ਨੇ ਕਦੀ ਵੀ ਇਹਨਾਂ ਮੁੱਦਿਆਂ ਵੱਲ ਤੁਹਾਡੇ ਨਾਲ ਨਹੀਂ ਅਮਨ ਅਰੋੜਾ ਨੇ ਸੰਪਰਕ ਕੀਤਾ ਵੀ ਸਰਕਾਰ ਆ ਤੁਹਾਡੀ, ਤੁਸੀਂ ਮਸਲੇ ਹੱਲ ਕਰਾ ਦਿਓ ਇਹ? ਨਹੀਂ, ਮੇਰੇ ਨਾਲ ਉਹਨਾਂ ਨੇ ਕੀ ਸੰਪਰਕ ਕਰਾ। ਨਾਲੇ ਮੈਨੂੰ ਉਹਨਾਂ ਦੀ ਦਿੱਤੀ ਹੋਈ ਸੂਚਨਾ ਦੀ ਲੋੜ ਨਹੀਂ। ਮੈਂ ਤਾਂ ਆਪ ਸੁਨਾਮ 24 ਘੰਟੇ ਰਹਿੰਦੀ ਹਾਂ। ਮੈਨੂੰ ਤਾਂ ਹਰ ਚੀਜ਼, ਕਿੱਥੇ ਟੋਆ ਹੈ, ਕਿੱਥੇ ਕੂੜਾ ਹੈ, ਕਿੱਥੇ ਢੱਠੇ ਨੇ, ਕਿੱਥੇ ਕੀ ਦਿੱਕਤ ਹੈ, ਕਿੱਥੇ ਪਾਣੀ ਖੜਦਾ ਹੈ। ਅੱਜ ਜੇ ਸਾਡੀ ਦਾਣਾ ਮੰਡੀ 'ਚ 24 ਘੰਟਿਆਂ 'ਚ ਪਾਣੀ ਸੁੱਕਦਾ ਹੈ ਨਾ, ਤਾਂ ਉਹ ਸਿਰਫ ਦਾਮਨ ਬਾਜਵਾ ਤੇ ਉਸਦੀ ਟੀਮ ਦੀ ਮਿਹਨਤ ਸਦਕਾ ਹੈ, ਜਿਹੜੀ 7 ਕਿਲੋਮੀਟਰ ਲੰਬੀ ਅਸੀਂ ਪਾਈਪਲਾਈਨ ਡਰੇਨ ਸਿੱਧੀ ਪਵਾਈ ਹੈ। ਵਰਨਾ ਸਾਡੀ ਮੰਡੀ ਦੇ ਇਹ ਹਾਲਾਤ ਹੁੰਦੇ ਸੀਗੇ ਇਹਨਾਂ ਦੇ ਟਾਈਮ 'ਚ, ਇਹਨਾਂ ਦੇ ਰਾਜ ਵਿੱਚ, ਕਿ ਉੱਥੇ ਕਸ਼ਤੀਆਂ ਲੈ ਕੇ
ਨਿਕਲਣਾ ਪੈਂਦਾ ਸੀ ਮੀਂਹ ਤੋਂ ਬਾਅਦ। ਜੀ ਅਰਵਿੰਦ ਕੇਜਰੀਵਾਲ ਪੰਜਾਬ ਆਏ ਨੇ, ਆਮ ਆਦਮੀ ਪਾਰਟੀ ਦੇ ਸੁਪਰੀਮੋ, ਉਹ ਕਹਿੰਦੇ ਪੰਜਾਬ ਮਾਡਲ ਲੈ ਕੇ ਆਏ ਨਹੀਂ। ਪਹਿਲਾਂ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਦਿਖਾ ਰਹੇ ਸੀ, ਹੁਣ ਅਰਵਿੰਦ ਕੇਜਰੀਵਾਲ, ਲੱਗਦਾ ਕਿ ਲੋਕ ਯਕੀਨ ਕਰਨਗੇ? ਦੇਖੋ, ਮੈਂ ਬੜੇ ਸਤਿਕਾਰਤ ਨੇ ਅਰਵਿੰਦ ਕੇਜਰੀਵਾਲ ਜੀ, ਮੈਂ ਬਹੁਤ ਛੋਟੀ ਹਾਂ ਤਜਰਬੇ 'ਚ ਵੀ ਔਰ ਉਮਰ 'ਚ ਵੀ, ਮੈਂ ਕੋਈ ਇਹੋ ਜਿਹੀ ਟਿੱਪਣੀ ਨਹੀਂ ਕਰਨਾ ਚਾਹੁੰਦੀ। ਪਰ ਕੀ ਤੁਸੀਂ ਸੋਚਦੇ ਹੋ ਕਿ ਇੱਕ ਵਿਅਕਤੀ ਜੇ ਤੋਂ ਦਿੱਲੀ ਨਹੀਂ ਸਹੀ ਤਰੀਕੇ ਚੱਲੀ, ਜੇ ਤੋਂ ਦਿੱਲੀ ਨਹੀਂ ਉਹਨਾਂ ਤੋਂ ਜਿਹੜੇ ਉੱਥੇ ਵਾਅਦੇ ਕੀਤੇ ਸੀ, ਜਿਹੜੇ ਉੱਥੇ ਸੁਪਨੇ ਵਿਖਾਏ ਸੀਗੇ, ਅੱਜ ਸਿੱਧੂ ਸਾਹਿਬ ਦੀ ਮੈਂ ਡਿਬੇਟ ਸੁਣ ਰਹੀ ਸੀਗੀ, ਸਿੱਧੂ ਸਾਹਿਬ ਨੇ ਸਾਰੇ ਹੀ ਉਹਨਾਂ ਦੇ ਪਰਦੇ ਫਾਸ਼ ਕਰਤੇ ਕਿ ਉਹ ਜੋ ਕਲੇਮ ਕਰ ਰਹੇ ਔਰ ਉੱਥੇ ਦੀ ਅਸਲੀਅਤ ਕੀ ਹੈ। ਅਸੀਂ ਵੀ ਉਸ ਚੀਜ਼ ਨੂੰ ਲੋਕਾਂ ਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਜਿਹੜਾ ਬੰਦਾ ਦਿੱਲੀ ਨਹੀਂ ਚਲਾ ਸਕਿਆ, ਉਹ ਪੰਜਾਬ ਕੀ ਚਲਾਏਗਾ? ਉਹਨੂੰ ਪੰਜਾਬ ਬਾਰੇ ਕੀ ਪਤਾ ਹੈ? ਔਰ 5 ਸਾਲਾਂ ਬਾਅਦ ਪੰਜਾਬ ਦੀ ਯਾਦ ਆ ਗਈ। ਇਹ ਅਰਵਿੰਦ ਕੇਜਰੀਵਾਲ ਜੀ 5 ਸਾਲ ਕਿੱਥੇ ਸੀ? ਇਹ ਅਰਵਿੰਦ ਕੇਜਰੀਵਾਲ ਜੀ ਨੂੰ ਪੰਜਾਬ ਮਾਡਲ, ਇਹਨਾਂ ਦੇ 20-22 MLA ਸੀਗੇ, ਹੁਣ ਤਾਂ ਖੈਰ ਸੁੱਖ ਨਾਲ ਸਾਰੇ ਭੱਜ ਗਏ, ਪਰ ਜਦੋਂ ਸੀਗੇ ਇਹ ਕਈ ਚੀਜ਼ਾਂ ਵਾਸਤੇ ਤਾਕਤ ਦੀ ਲੋੜ ਨਹੀਂ ਹੁੰਦੀ, ਆਵਾਜ਼ ਉਠਾਉਣ ਦੀ ਲੋੜ ਹੁੰਦੀ ਹੈ, ਸਰਕਾਰ ਦੀ ਲੋੜ ਨਹੀਂ ਹੁੰਦੀ, ਧਰਨੇ ਲਾਉਣ ਦੀ ਲੋੜ ਹੁੰਦੀ ਹੈ। ਜਿਹੜੇ ਲੋਕਾਂ ਨੇ ਇੱਕ ਦਿਨ ਵੀ ਪੰਜਾਬ ਦੀ ਸਾਰ ਨਹੀਂ ਪੁੱਛੀ, ਅੱਜ ਵੋਟਾਂ ਵੇਲੇ ਪੰਜਾਬ ਮਾਡਲ ਲੈ ਕੇ ਆ ਗਏ। ਇਹਨਾਂ ਦੇ ਪੰਜਾਬ ਮਾਡਲ ਤੇ ਨਾ ਤਾਂ ਕਿਸੇ ਨੂੰ ਇਤਬਾਰ ਹੈ, ਨਾ ਕੋਈ ਯਕੀਨ ਕਰੂਗਾ। ਉਹ ਤਾਂ ਕਹਿੰਦੇ ਦਿੱਲੀ ਦੀ ਤਰਜ਼ ਤੇ ਜਿਵੇਂ ਅਸੀਂ ਨੇ ਮੁਹੱਲਾ ਕਲੀਨਿਕ ਖੋਲੇ ਨੇ, ਉੱਥੇ ਸਕੂਲ ਬਣਾਏ ਨੇ, ਵਧੀਆ ਹਾਲਤ ਸੁਧਾਰਾਂਗੇ ਪੰਜਾਬ ਦੀ। ਕਹਿੰਦੇ 70 ਸਾਲਾਂ ਤੱਕ ਅਕਾਲੀ ਕਾਂਗਰਸ ਸੁਧਾਰ ਨਹੀਂ ਸਕੇਗੀ। ਕੋਵਿਡ ਵੇਲੇ ਜਿੰਨੇ ਮਾੜੇ ਹਾਲ ਦਿੱਲੀ ਦੇ ਸੀਗੇ, ਮੇਰੇ ਖਿਆਲ ਹਿੰਦੁਸਤਾਨ 'ਚ ਕਿਸੇ ਸੂਬੇ ਦੇ ਇੰਨੇ ਮਾੜੇ ਹਾਲ ਹੋਏ ਨਹੀਂ। ਤਰ੍ਹਾਂ ਘਰ ਉੱਠੇ ਸੀਗੇ ਲੋਕ। ਅਰਵਿੰਦ ਕੇਜਰੀਵਾਲ ਦੇ ਮੁਹੱਲਾ ਕਲੀਨਿਕ ਸਾਰੇ ਨਜ਼ਰ ਆ ਗਏ ਸੀਗੇ ਲੋਕਾਂ ਨੂੰ ਕਿ ਕਿੰਨੀ ਕੁ ਮੈਡੀਕਲ ਫੈਸਿਲਿਟੀ ਹੈਗੀ ਹੈ ਤੇ ਕਿੰਨੇ ਕੁ ਮੁਹੱਲਾ ਕਲੀਨਿਕ ਇਹਨਾਂ ਦੇ ਆਪਰੇਸ਼ਨਲ ਹੈ। ਸਕੂਲਾਂ ਦੇ ਹਾਲਾਤ ਤੁਸੀਂ ਕਹਿੰਦੇ ਹੋ, ਸਕੂਲ ਮੈਂ ਤੁਹਾਨੂੰ ਵਿਖਾਉਂਗੀ, ਦਿੱਲੀ ਦੇ ਟੀਚਰ ਵੀ ਮਿਲਾਉਂਗੀ ਜਿਹੜੇ ਕਹਿੰਦੇ ਕਿ ਸਾਨੂੰ ਜਿੱਦਣ ਦੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਸਰਕਾਰ ਬਣੀ ਹੈ, ਜਿਹਨਾਂ ਨੂੰ ਤਨਖਾਹਾਂ ਤੱਕ ਨਹੀਂ ਮਿਲੀਆਂ, ਜਿਹੜੇ ਇਹਨਾਂ ਦੇ ਸਾਰੇ ਪਰਦੇ ਫਾਸ਼ ਕਰ ਦੇਣਗੇ। ਸੋ ਇਹ ਸਾਰੀਆਂ ਗੱਲਾਂ ਉਹੀ ਜਿਹੜੇ ਕਹਿੰਦੇ ਨਾ ਦੂਰ ਕੇ ਢੋਲ ਸੁਹਾਵਨੇ ਲੱਗਦੇ ਆ, ਇਹ ਉਹ ਗੱਲਾਂ ਨੇ। ਔਰ ਇਸ ਵਾਰ ਅਰਵਿੰਦ ਕੇਜਰੀਵਾਲ ਤੇ ਕੋਈ ਯਕੀਨ ਨਹੀਂ ਕਰਨ ਵਾਲਾ, ਕਿਉਂਕਿ ਜਿਹੜੇ ਆਪਣੇ 20-22 MLA ਨਹੀਂ ਸਾਂਭ ਕੇ ਰੱਖ ਸਕੇ, ਉਹਨਾਂ ਨੇ ਗਾਂ ਹੁਣ ਪੰਜਾਬ ਕਿੱਥੋਂ ਸਾਂਭਣਗੇ? ਬਾਰਡਰ ਸਟੇਟ ਹੈ, ਇੱਥੋਂ ਦੀਆਂ ਦਿੱਕਤਾਂ ਮੁਸ਼ਕਲਾਂ ਅੱਡ ਨੇ। ਉੱਥੇ ਤਾਂ ਅੱਧਾ ਉਹਨਾਂ ਦਾ ਭਾਰ ਬੀਜੇਪੀ ਸਾਂਭਦੀ ਹੈ, ਅੱਧੇ ਤਾਂ ਉੱਥੇ ਬੀਜੇਪੀ ਦਿੱਲੀ ਨੂੰ ਸਾਂਭਦੀ ਹੈ, ਤੇ ਉਹ ਤਾਂ ਅੱਧਾ ਜਿਹੜਾ ਉਹਨਾਂ ਦੇ ਮੋਢਿਆਂ ਤੇ ਭਾਰ ਹੈ ਉਹ ਨਹੀਂ ਉਹਨਾਂ ਤੋਂ ਝੱਲਿਆ ਜਾਂਦਾ, ਤੇ ਪੰਜਾਬ ਸਾਰੇ ਨੂੰ ਸਾਂਭਣ ਦੀਆਂ ਗੱਲਾਂ ਕਰਦੇ ਆ। ਇਹਨਾਂ ਦੀਆਂ ਗੱਲਾਂ ਸਾਰੀਆਂ ਖੋਖਲੀਆਂ ਔਰ ਇਹਨਾਂ ਤੇ ਹੁਣ ਕਿਸੇ ਨੇ ਇਤਬਾਰ ਨਹੀਂ ਕਰਨਾ, ਕਿਉਂਕਿ ਇਹਨਾਂ ਦੀ ਵੀ ਪਾਰਟੀ ਦੀਆਂ ਜਿਹੜੀਆਂ ਅਸਲੀਅਤ ਹੈ, ਕਿਸ ਤਰੀਕੇ ਇਹ ਪਾਰਟੀ ਦੀਆਂ ਟਿਕਟਾਂ ਵੇਚ ਰਹੇ ਨੇ, ਕਿਸ ਤਰੀਕੇ ਨਾਲ ਪੰਜਾਬ ਮਾਡਲ ਪੰਜਾਬੀਆਂ ਵਾਸਤੇ ਨਹੀਂ, ਪੰਜਾਬ ਮਾਡਲ ਇਹਨਾਂ ਵਾਸਤੇ ਹੈ ਕਿ ਜਿਵੇਂ ਦਿੱਲੀ ਦੇ ਲੋਕਾਂ ਨੂੰ ਹੁਣ ਗੁੰਮਰਾਹ ਕੀਤਾ, ਹੁਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਇਹ ਆਏ ਹੈ। ਔਰ ਜਿਹੜਾ ਵਿਅਕਤੀ ਆਪਣੀਆਂ ਕਈਆਂ ਹੋਈਆਂ ਗੱਲਾਂ ਤੋਂ ਮੁੱਕਰ ਗਿਆ, ਜਿਹਨੇ ਬਿਕਰਮ ਮਜੀਠੀਆ ਵਰਗਿਆਂ ਤੋਂ ਮਾਫੀ ਮੰਗ ਲਈ, ਜਿਹਨੇ ਕਿਸਾਨ ਦੇ ਜਿਹੜੇ ਕਿਸਾਨੀ ਕਾਨੂੰਨ ਬਣਾਏ ਸੀ ਬੀਜੇਪੀ ਨੇ, ਉਹਨਾਂ ਨੂੰ ਆਪਣੇ ਵਿਧਾਨ ਸਭਾ 'ਚ ਜਿਹਨੇ ਨੋਟੀਫਾਈ ਕਰਤਾ, ਉਹ ਗਾਂ ਪੰਜਾਬੀਆਂ ਤੋਂ ਕੀ ਉਮੀਦ ਰੱਖਦਾ ਹੈ? ਮੈਮ, ਇੱਕ ਬਿਕਰਮ ਮਜੀਠੀਏ ਤੇ ਵੀ ਜਿਹੜੀ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ, ਉਹ ਕਹਿੰਦੇ ਵੀ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਗ੍ਰਹਿ ਮੰਤਰੀ ਰੰਧਾਵਾ ਨੇ ਬੈਠ ਕੇ ਮਿਲ ਕੇ ਸਾਜ਼ਿਸ਼ ਰਚੀ, ਮੈਨੂੰ ਫਸਾਉਣ ਦੀ, ਮੇਰੇ ਤੇ ਪਰਚਾ ਕੀਤਾ। ਨਹੀਂ, ਤੁਸੀਂ ਸਾਰੇ ਜਾਣਦੇ ਹੋ ਕਿ ਜੋ ਪਰਚਾ ਹੋਇਆ ਹੈ, ਜੇ ਪੰਜਾਬ ਦੀ ਪੁਲਿਸ ਨੇ ਇਹ ਪਰਚਾ ਕੀਤਾ ਹੈ ਤਾਂ ਕੁਛ ਤਾਂ ਉਹਨਾਂ ਨੇ ਕੰਸੀਡਰ ਕਰਕੇ ਹੀ ਕੀਤਾ ਹੋਊਗਾ, ਕਿਸੇ ਤਾਂ ਤੱਥਾਂ ਦੇ ਆਧਾਰ ਤੇ ਹੀ ਕੀਤਾ ਹੋਊਗਾ। ਇੰਨੀ ਤਾਂ ਨੇਰਗਰਦੀ ਸਾਡੇ ਸੂਬੇ 'ਚ ਹੈ ਨਹੀਂ ਗੀ। ਸਾਡੀ ਇੱਕ ਜਿਹੜੀ ਸਟੇਟ ਹੈ, ਮਤਲਬ ਇਹਦਾ ਕਾਨੂੰਨ ਹੈ, ਹਿੰਦੁਸਤਾਨ ਦਾ ਇੱਕ ਕਾਨੂੰਨ ਹੈ, ਔਰ ਉਸ ਤੋਂ ਬਾਅਦ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਕੋਰਟਸ ਵਿੱਚ ਅਪੀਲ ਕੀਤੀ ਹੈ ਔਰ ਸਾਰਾ ਕੁਝ ਮੈਟਰ ਸਬਜੂਡਿਸ ਹੈ। ਤੇ ਉਹਦੇ ਵਿੱਚ ਜੇ ਕਿਸੇ ਤਰੀਕੇ ਦੇ ਕੋਈ ਲੂਪਹੋਲ ਹੋਊਗਾ, ਜੇ ਕੋਈ ਕਮੀ ਪੇਸ਼ੀ ਹੋਊਗੀ, ਜੇ ਕੋਈ ਸਾਜ਼ਿਸ਼ ਦੀ ਕੋਈ ਉਹਦੇ 'ਚ ਉਹਨਾਂ ਨੂੰ ਮਹਿਸੂਸ ਹੋਊਗੀ ਸਾਡੀ ਜੁਡੀਸ਼ਰੀ ਨੂੰ, ਤਾਂ ਉਹ ਓਬਵੀਅਸਲੀ ਉਹ ਚੀਜ਼ ਸਾਹਮਣੇ ਆ ਜਾਏਗੀ। ਬਟ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਪੁਲਿਸ ਜਾਂ ਜਿਹੜੀ ਵੀ ਸਾਡੀ ਹੋਮ ਮਿਨਿਸਟਰੀ ਹੈ, ਉਹ ਬਿਨਾਂ ਤੱਥਾਂ ਤੋਂ ਤਾਂ ਐਡਾ ਵੱਡਾ ਪਰਚਾ ਕਿਸੇ ਤੇ ਔਰ ਇਹੋ ਜਿਹੀ ਹਸਤੀ ਤੇ ਤਾਂ ਨਹੀਂ ਦੇ ਸਕਦੀ। ਜੀ, ਅਰਵਿੰਦ ਕੇਜਰੀਵਾਲ ਵੀ ਕਹਿੰਦੇ ਵੀ ਪਰਚਾ ਦਰਜ ਕਰਕੇ ਗ੍ਰਿਫਤਾਰ ਨਹੀਂ ਕੀਤਾ, ਕਹਿੰਦੇ ਵੀ ਸਿਆਸਤ ਸੀ ਦਾ ਇੱਕ ਲਾਹਾ ਲੈਣ ਦੀ ਗੱਲ ਸੀ, ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਂ ਨਹੀਂ ਕੀਤਾ। ਦੇਖੋ, ਉਸ ਬਾਰੇ ਮੈਂ ਉਸ ਪੋਜੀਸ਼ਨ 'ਚ ਹੈ ਔਰ ਨਾ ਮੈਂ ਕਿਸੇ ਐਸੇ ਅਹੁਦੇ ਤੇ ਹੈ ਕਿ ਮੈਂ ਉਸ ਤੇ ਕਮੈਂਟ ਕਰ ਸਕਾਂ ਪੁਲਿਸ ਨੇ ਕੀ ਕੀਤਾ ਕੀ ਨਹੀਂ ਕੀਤਾ। ਬਟ ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਰੂਰ ਸਵਾਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਕੀ ਕੀਤਾ? ਤੁਸੀਂ ਤਾਂ ਪਹਿਲਾਂ ਜਦੋਂ ਵੋਟਾਂ ਲੈਣੀਆਂ ਸੀਗੀਆਂ, ਜਦੋਂ ਲੋਕਾਂ ਨੂੰ ਗੁੰਮਰਾਹ ਕਰਨਾ ਸੀ, ਉਦੋਂ ਤੁਸੀਂ ਬਿਆਨਬਾਜ਼ੀ, ਜਿੰਨਾ ਜੋ ਜੀ 'ਚ ਆਇਆ ਤੁਸੀਂ ਬਿਆਨਬਾਜ਼ੀਆਂ ਕੀਤੀਆਂ,
ਝੂਠ ਤੂਫਾਨ ਬੋਲਿਆ ਔਰ ਉਸ ਤੋਂ ਬਾਅਦ ਜਦੋਂ ਤੁਹਾਨੂੰ ਸੂਟ ਕੀਤਾ, ਜਦੋਂ ਤੁਹਾਨੂੰ ਅਗਲੇ ਨੇ ਜਦੋਂ ਤੁਹਾਡੇ ਤੇ ਕੇਸ ਕਰਤਾ, ਜਦੋਂ ਤੁਹਾਨੂੰ 4 ਵਕੀਲਾਂ ਦੇ ਕੋਰਟ ਵਿੱਚ ਜਾ ਕੇ ਜਵਾਬਦੇਹੀ ਤੁਹਾਡੀ ਮੰਗੀ ਗਈ, ਉਦੋਂ ਤੁਸੀਂ ਮਾਫੀ ਮੰਗ ਲਈ। ਇਹ ਜੀ ਸਿਆਸਤ ਤਾਂ ਮੈਂ ਪਹਿਲੀ ਵਾਰ ਆਪਣੇ ਕਰੀਅਰ ਵਿੱਚ ਦੇਖੀ ਹੈ ਕਿ ਜਿੱਥੇ ਤੁਸੀਂ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਜਿੱਥੇ ਤੁਹਾਡਾ ਸੋ ਅਰਵਿੰਦ ਕੇਜਰੀਵਾਲ ਜੀ ਇੱਕ ਮੈਂ ਸਮਝਦੀ ਹਾਂ ਕਿ ਬਹੁਤ ਹੀ ਸ਼ਰੂਡ ਇੱਕ ਜਿਹਨੂੰ ਕਹਿੰਦੇ ਆ ਵਿਅਕਤੀ ਨੇ, ਇੱਕ ਬਹੁਤ ਸ਼ਰੂਡ ਵਿਅਕਤੀ ਹੈ ਜਿਹਨੂੰ ਪਤਾ ਹੈ ਕਿ ਉਸਨੇ ਕਿਸ ਤਰੀਕੇ ਕਿਹੜੀ ਥਾਂ ਤੋਂ ਆਪਣਾ ਮਤਲਬ ਜਿਹੜਾ ਹੈਗਾ ਉਹ ਬਟੋਰਨਾ ਹੈ ਔਰ ਉਹਨਾਂ ਦੀਆਂ ਗੱਲਾਂ ਨੂੰ ਬਹੁਤਾ ਕੋਈ ਨਾ ਅਸੀਂ ਤੇ ਨਾ ਹੀ ਪੰਜਾਬ ਦੇ ਲੋਕ ਸੀਰੀਅਸਲੀ ਲੈਂਦੇ ਆ। ਧੰਨਵਾਦ ਬਹੁਤ ਬਹੁਤ। ਥੈਂਕ ਯੂ ਜੀ। ਇਹ ਸਨ ਸੁਨਾਮ ਹਲਕੇ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਨੇ ਦਾਮਨ ਬਾਜਵਾ ਥਿੰਦ, ਜਿਨ੍ਹਾਂ ਦੇ ਵੱਲੋਂ ਦਾਅਵੇਦਾਰੀ ਜਤਾਈ ਜਾ ਰਹੀ ਹੈ ਕਿ ਜਿੱਤ ਪੱਕੀ ਹੋਵੇਗੀ। ਜੋ 2017 ਦੇ ਵਿੱਚ ਕਸਰ ਬਾਕੀ ਰਹਿ ਗਈ ਸੀ, ਇਸ ਵਾਰ ਜਿਹੜੇ ਉਹ ਸੁਨਾਮ ਹਲਕੇ ਦੇ ਲੋਕ ਜਿਹੜੀ ਪੂਰੀ ਕਰਨ ਜਾ ਰਹੇ ਨੇ, ਕਿਉਂਕਿ ਇਹਨਾਂ ਦਾ ਇਹ ਕਹਿਣਾ ਕਿ ਇਹ ਸੁਨਾਮ ਦੀ ਧੀ ਨੇ, ਸੁਨਾਮ ਦੇ ਵਿੱਚ ਵਿਚਰਦੇ ਨੇ, ਸੁਨਾਮ ਦੇ ਲੋਕਾਂ ਦੇ ਨਾਲ ਰਹਿੰਦੇ ਨੇ। ਜੋ ਮੌਜੂਦਾ ਵਿਧਾਇਕ ਨੇ ਅਮਨ ਅਰੋੜਾ ਕਦੇ ਦਿਖਦੇ ਨਹੀਂ ਉਰੇ, ਚੰਡੀਗੜ੍ਹ ਦੇ ਵਿੱਚ ਡੇਰੇ ਨੇ ਉਹਨਾਂ ਦੇ ਪੱਕੇ, ਕਦੇ ਇੱਥੇ ਗੇੜਾ ਮਾਰਦੇ ਨੇ। ਉਹਨਾਂ ਨੇ ਲਵਾਰਸ ਜਿਹੜਾ ਹਲਕਾ ਸੁਨਾਮ ਛੱਡਿਆ ਹੋਇਆ ਹੈ। ਕੈਮਰਾਮੈਨ ਹਰਪਾਲ ਦੇ ਨਾਲ ਕੁਲਦੀਪ ਸਿੰਘ ਪੋੜੇ, D5 ਚੈਨਲ ਪੰਜਾਬੀ, ਸੁਨਾਮ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।